कैबिनेट मंत्री हरपाल चीमा ने रेड मारी है। राजपुरा दे विच दिल्ली अमृतसर नैशनल हाईवे ते रेड की है ते बगैर बिलों के 15-16 ट्रक फड़े ने। 10 लाख रुपए तक का जुर्माना भी लाया गया है। जीएसटी ते टैक्स चोरी का पूरा मामला है। जीएसटी ते टैक्स चोरी के खिलाफ वड्डा एक्शन हरपाल चीमा दे वल्लों रेड की गई है। हरपाल चीमा ने ट्रकों की तलाशी ली है। कुछ ट्रकों को जब्त किया गया है। कैबिनेट मंत्री हरपाल चीमा ने राजपुरा दे विच हाईवे दे उत्ते नैशनल हाईवे ते छापेमारी काम कर रहे हैं। देख रहे हैं जिहड़े ठीक बिल होणगे वो बिल्कुल जाणगे, उन्हां ते कोई नहीं एक्शन होਊਗਾ। जिहड़े अच्छे लोग ने, जिहड़े टैक्स पेयर ने, ईमानदारी नाल काम करदे ने, उन्हां नूं जिहड़ी प्रोटैक्शन आगी। जिहड़े जाली काम करनगे, फर्जी बिल लैके आउणगे, उन्हां दे खिलाफ ਅਸੀਂ ਕਾਰਵਾਈ ਕਰਾਂਗੇ। इस वेले चैकिंग की जा रही है गड्डियां दी, किहड़े बिना बिलों तो ने, किन्ना दे बिल ने, किस तरीके दे नाल है। हरपाल सिंह चीमा जिहड़े खजाना मंत्री भी ने, एक्साइज मिनिस्टर भी ने, वो लगातार इस वेले जिहड़ा कुछ ट्रक रोके ने जिन्हां दे माल जिहड़े ने इत्थे देख रहे ने कि इन्हां दे कोल बिल है या नहीं है, किस तरीके दे नाल है, की कुछ है, ये सारा इस वेले जिहड़ा वो देखा जा रहा है। लैके आयागा, ਇਹਦੇ ਕੋਲੇ ਕੋਈ ਵੀ ਬਿੱਲ ਨਹੀਂ ਹੈਗਾ ਕਿਸੇ ਕਿਹੜਾ ਇਹ ਟਰੱਕ ਕਿੱਥੇ ਤੁਹਾਡੀ ਗੱਡੀ ਦਿਖਾ। ਆ ਖੜੀ ਗੱਡੀ ਫੜੀ ਆ, ਇਹ ਬਗੈਰ ਬਿੱਲ ਤੋਂ ਆ ਗੱਡੀ ਜਿਹੜੀ ਆ HR 65 ਜਿਹੜੀ ਆ, ਇਹਦੇ ਕੋਲੇ ਕੋਈ ਵੀ ਬਿੱਲ ਨਹੀਂ। ਨੰਬਰ ਵੀ ਪੂਰਾ ਕਲੀਅਰ ਨਹੀਂ ਹੈ, मतलब ਇਹ ਕੀ ਨੰਬਰ ਹੈ? ਇੱਥੇ 8100 ਲਿਖਿਆ, ਪਿੱਛੇ 8200 ਲਿਖਿਆ ਹੈਗਾ। ਪਿੱਛੇ ਕੋਈ ਹੋਰ ਨੰਬਰ ਵੀ ਹੈ ਸਰ ਜਿਹੜਾ ਪਿੱਛੇ ਕੋਈ ਹੋਰ ਨੰਬਰ 8600 ਲਿਖਿਆ। ਇਹ ਗੱਡੀ ਹੁਣ ਸੀਲ ਕੀਤੀ ਜਾਏਗੀ ਜਾਂ ਕੀ ਕੀਤਾ ਜਾਏਗਾ? ਬਿਲਕੁਲ ਇਹ ਸਾਰੀਆਂ ਗੱਡੀਆਂ ਜਿਹੜੀਆਂ ਸੀਲ ਕੀਤੀਆਂ ਜਾਣਗੀਆਂ। ਪਿੱਛੇ HR 65 8200 ਲਿਖਿਆ ਹੈਗਾ। ਸੋ ਬਿਲਕੁਲ ਇਹਨਾਂ ਦੇ ਖਿਲਾਫ ਕ੍ਰਿਮੀਨਲ ਐਕਟ ਵੀ ਹੋਊਗਾ। ਸਾਡੀ ਸਾਰੀ ਟੀਮ ਇਹ ਗੱਡੀ ਚੈੱਕ ਕੀਤੀ ਕਿ ਇਹਦੇ ਵਿੱਚ ਹੈ ਕੀ, ਕਿਉਂਕਿ ਇਹਦੇ ਅੰਦਰ ਕਬਾੜ ਆ ਜਿਹੜਾ ਪੁਰਾਣਾ ਸਕ੍ਰੈਪ ਆ, ਇਹਦੇ ਅੰਦਰ ਸਕ੍ਰੈਪ ਆ ਗਈ। ਇਹ ਕਿੱਥੋਂ ਆ ਰਿਹਾ ਸੀਗਾ, ਕਿੱਥੇ ਜਾ ਰਿਹਾ ਸੀਗਾ? ਇਹ ਰਾਜਪੁਰੇ ਤੋਂ ਆ ਰਿਹਾ ਸੀਗਾ ਔਰ ਅੱਗੇ ਮੰਡੀ ਗੋਬਿੰਦਗੜ੍ਹ ਕਹਿ ਰਹੇ ਨੇ ਕਿ ਅਸੀਂ ਲੈ ਕੇ ਜਾ ਰਹੇ ਹਾਂ। ਤਾਂ ਇਸ ਵੇਲੇ ਟਰੱਕ ਫੜਿਆ ਜਿਸ ਦਾ ਨੰਬਰ ਵੀ ਜਿਹੜਾ ਵਾ ਉਹ ਸਹੀ ਨਹੀਂ ਹੈ, ਕਿਤੇ 8200 ਲਿਖਿਆ, ਕਿਤੇ 8100 ਲਿਖਿਆ ਔਰ ਬਿੱਲ ਇਸ ਦਾ ਬਿਲਕੁਲ ਵੀ ਨਹੀਂ ਹੈ। ਇਸ ਵੇਲੇ ਇਸ ਟਰੱਕ ਨੂੰ ਖੋਲ ਕੇ ਚੈੱਕ ਵੀ ਕੀਤਾ ਜਾ ਰਿਹਾ ਕਿ ਕੀ ਇਸ ਦੇ ਵਿੱਚ ਕਬਾੜ ਹੈ ਜਾਂ ਕੁਝ ਹੋਰ ਸਮਾਨ ਤਾਂ ਨਹੀਂ ਜਿਹੜਾ ਉਹ ਲੈ ਕੇ ਜਾਇਆ ਜਾ ਰਿਹਾ, ਔਰ ਇਸ ਨੂੰ ਬੌਂਡ ਕੀਤਾ ਜਾ ਰਿਹਾ, ਸੀਲ ਕੀਤਾ ਜਾ ਰਿਹਾ। ਇਸ ਟਰੱਕ ਨੂੰ ਚੈਕਿੰਗ ਜਿਹੜੀ ਉਹ ਇਸ ਵੇਲੇ ਕੀਤੀ ਜਾ ਰਹੀ ਹਰਪਾਲ ਸਿੰਘ ਚੀਮਾ ਹੋਰਾਂ ਦੇ ਵੱਲੋਂ। ਇਹ ਕਿੱਥੋਂ ਲੈ ਕੇ ਆਏ ਹੋ ਤੁਸੀਂ? ਰਾਜਪੁਰਾ। ਤੇ ਇਹਦੇ ਬਿੱਲ ਕਿੱਥੇ ਹੈ ਨਹੀਂ ਜੀ, ਉਹ ਕਹਿੰਦੇ ਨੇ ਆਨਲਾਈਨ ਹੈ ਜੀ ਬਿੱਲ, ਕਹਿੰਦੇ ਜੀ ਆਨਲਾਈਨ ਦੇ ਵਿੱਚ ਬਿੱਲ ਆਨਲਾਈਨ ਕਹਿ ਰਹੇ? ਆਨਲਾਈਨ ਬਿੱਲ ਹੁੰਦੇ ਇਸ ਤਰੀਕੇ ਦੇ? ਨਹੀਂ ਦੇਖੋ ਗੱਲ ਇਹ ਆ, ਜਦੋਂ ਵੀ ਕੋਈ ਗੱਡੀ ਚੱਲਦੀ ਆ, ਕੋਈ ਵੀ ਕੰਸਾਈਨਮੈਂਟ ਲੈ ਕੇ ਚੱਲਦੀ ਆ, ਕੋਈ ਵੀ ਮਾਲ ਲੈ ਕੇ ਚੱਲਦੀ ਆ, ਉਹਦੇ ਬਿੱਲ ਜਿਹੜੇ ਹੁੰਦੇ ਨੇਗੇ ਉਹ ਟਰੱਕ ਦੇ ਡਰਾਈਵਰ ਕੋਲੇ ਹੁੰਦੇ ਨੇਗੇ। ਇਹਦਾ ਮਤਲਬ ਇਹ ਆ ਕਿ ਇਹ ਬਗੈਰ ਬਿਲਾਂ ਤੋਂ ਜਾਲੀ ਫਰਜੀ ਮਾਲ ਜਿਹੜਾ ਸਪਲਾਈ ਕੀਤਾ ਜਾ ਰਿਹਾ ਔਰ ਟੈਕਸ ਦੀ ਚੋਰੀ ਹੋ ਰਹੀ ਹੈ। ਇਹ ਮਾਲਕ ਕੌਣ ਹੈ ਇਸ ਦੇ? ਜਿਵੇਂ ਕਿਵੇਂ ਤੁਸੀਂ ਕਹਿ ਰਹੇ ਹੋ ਚੋਰੀ ਕੀਤੀ ਹੈ, ਕਿਉਂਕਿ ਹੁਣ ਤੇ ਤੁਹਾਡਾ ਟਰੱਕ ਵੀ ਜਿਹੜਾ ਬੌਂਡ ਕੀਤਾ ਜਾ ਰਿਹਾ। ਪਤਾ ਨਹੀਂ ਜੀ, ਸਾਨੂੰ ਤੇ ਜਿਵੇਂ ਭਰਵਾਉਂਦੇ ਨੇ, ਸਾਨੂੰ ਤੇ ਟਰਾਂਸਪੋਰਟ ਬੁਕਿੰਗ ਹੁੰਦੀ ਹੈ, ਕਹਿੰਦੇ ਜੀ ਗੱਡੀ ਭਰ ਕੇ ਅਸੀਂ ਚੱਲ ਪੈਂਦੇ ਤੇ ਸਾਡਾ ਮਾਲਕ ਕੌਣ ਹੈ? ਕਿੱਥੋਂ, ਮਤਲਬ ਕਿੱਥੇ ਜਾ ਰਿਹਾ ਸੀਗਾ? ਕਬਾੜੀਏ ਦਾ ਮਾਲ ਹੈ ਜੀ, ਮੰਡੀ ਜਾ ਰਿਹਾ ਸੀ। ਉਹਨਾਂ ਨੇ ਬੁਕਿੰਗ ਕੀਤੀ, ਗੱਡੀ ਲਾਈ ਅਸੀਂ। ਹੁਣ ਤੁਹਾਡੇ ਤੇ ਮੁਕੱਦਮਾ ਵੀ ਦਰਜ ਹੋਣਾ? ਕੋਈ ਗੱਲ ਨਹੀਂ ਜੀ, ਹੁਣ ਜੇ ਮੁਕੱਦਮਾ ਸੀ ਕੋਈ ਚੋਰ ਥੋੜੀਆਂ ਸ਼ਰੇਆਮ ਖੜੀ ਕਰਤੀ ਹੈ ਗੱਡੀ, ਕੋਈ ਐ ਤਾਂ ਨਹੀਂ ਐ ਵੀ ਅਸੀਂ। ਇਸ ਵੇਲੇ ਕੁਝ ਹੋਰ ਵੀ ਟਰੱਕ ਜਿਹੜੇ ਨੇ ਉਹ ਰੋਕੇ ਗਏ ਨੇ। ਇਸ ਵੇਲੇ ਹਾਈਵੇ ਦੇ ਉੱਤੇ ਹਰਪਾਲ ਸਿੰਘ ਚੀਮਾ ਲਗਾਤਾਰ ਚੈਕਿੰਗ ਕਰ ਰਹੇ ਨੇ ਸਵੇਰੇ ਕਿ ਕਿਸ ਤਰੀਕੇ ਦੇ ਨਾਲ ਐਕਸ਼ਨ ਜਿਹੜਾ ਵਾ ਉਸ ਦੇ ਵਿੱਚ ਸਰਕਾਰ ਨਜ਼ਰ ਆ ਰਹੀ ਹੈ। ਬਿਲਾਂ ਦੀ ਚੋਰੀ ਯਾਨੀ ਕਿ ਸਰਕਾਰ ਨੂੰ ਜਿਹੜਾ ਨੁਕਸਾਨ ਹੁੰਦਾ, ਇੱਥੇ ਵੱਖ-ਵੱਖ ਟਰੱਕ ਜਿਹੜੇ ਨੇ ਉਹ ਚੈੱਕ ਕੀਤੇ ਜਾ ਰਹੇ ਨੇ, ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕੀ ਇਹਨਾਂ ਦੇ ਕੋਲ ਬਿੱਲ ਹੈ ਜਾਂ ਇਹਨਾਂ ਕੋਲ ਬਿੱਲ ਨਹੀਂ ਹੈ, ਕੱਚੇ ਬਿੱਲ ਨੇ, ਕਿਸ ਤਰੀਕੇ ਦੇ ਬਿੱਲ ਨੇ, ਕਿਉਂਕਿ ਲਗਾਤਾਰ ਇਸ ਜਗ੍ਹਾ ਦੇ ਉੱਤੋਂ ਸ਼ਿਕਾਇਤ ਵੀ ਆ ਰਹੀ ਸੀ ਕਿ ਬਹੁਤ ਸਾਰੇ ਟਰੱਕ ਜਿਹੜੇ ਨੇ ਉਹ ਇਸੇ ਤਰੀਕੇ ਦੇ ਨਾਲ ਨਿਕਲਦੇ ਨੇ। ਤਾਂ ਇਹ ਤਸਵੀਰਾਂ ਲਗਾਤਾਰ ਗਰਾਊਂਡ ਜ਼ੀਰੋ ਤੋਂ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਹੁਣ ਐਕਸ਼ਨ ਦੇ ਵਿੱਚ ਮੰਤਰੀ ਸਾਹਿਬ ਨਜ਼ਰ ਆ ਰਹੇ ਨੇ ਔਰ ਵੱਖੋ-ਵੱਖ ਟਰੱਕ ਜਿਹੜੇ ਨੇ ਉਹ ਚੈੱਕ ਕੀਤੇ ਜਾ ਰਹੇ ਨੇ। ਕਿੱਥੋਂ ਚੱਲੀ ਹੈ? ਉੱਤਰਾਂਚਲ ਤੋਂ। ਉੱਤਰਾਂਚਲ ਤੋਂ, ਉੱਤਰਾਖੰਡ ਤੋਂ। ਹੁਣ ਤਾਂ ਕਿੰਨੀਆਂ ਕੁ ਗੱਡੀਆਂ ਜਿਹੜੀਆਂ ਬੌਂਡ ਕਰਤੀਆਂ ਜਾਂ ਸੀਲ ਕਰਤੀਆਂ? ਘੱਟੋ-ਘੱਟ 15-16 ਗੱਡੀਆਂ ਚੈੱਕ ਕੀਤੀਆਂ ਨੇਗੀਆਂ ਔਰ ਦੂਜੀਆਂ ਗੱਡੀਆਂ ਜਿਹੜੀਆਂ ਨੇਗੀਆਂ ਉਹ ਚੈੱਕ ਕੀਤੀਆਂ ਜਾ ਰਹੀਆਂ, ਜਿਨ੍ਹਾਂ ਦੇ ਸਹੀ ਬਿੱਲ ਨੇ, ਜਿਹੜੇ ਸਹੀ ਕੰਮ ਨੂੰ ਜਾ ਰਹੇ ਨੇ, ਅਸੀਂ ਉਹਨਾਂ ਨੂੰ ਦੇ ਦਿਆਂਗੇ। ਪਰ ਲੇਕਿਨ ਜਿੱਥੇ ਸਾਨੂੰ ਕੋਈ ਡਾਊਟ ਆ, ਸ਼ੱਕ ਆ, ਉਹਨਾਂ ਦੇ ਖਿਲਾਫ ਕਾਰਵਾਈ ਅਸੀਂ ਕਰ ਰਹੇ ਹਾਂ। ਕਿਉਂਕਿ ਹਰਿਆਣਾ ਨਾਲ ਲੱਗਦਾ ਹੈ, ਦਿੱਲੀ ਤੋਂ ਵੀ ਇਧਰੋਂ ਗੱਡੀਆਂ ਆਉਂਦੀਆਂ। ਤਾਂ ਸ਼ਿਕਾਇਤ ਮਿਲੀ ਸੀਗੀ ਤੁਹਾਨੂੰ ਜਾਂ ਤੁਸੀਂ ਇੱਥੇ ਕਿਵੇਂ ਪਹੁੰਚੇ? ਨਹੀਂ, ਸ਼ਿਕਾਇਤ ਮਿਲੀ ਸੀ ਜੀ ਕਿ ਬਹੁਤ ਸਾਰੀਆਂ ਗੱਡੀਆਂ ਨੈਸ਼ਨਲ ਹਾਈਵੇ ਦੇ ਉੱਤੇ ਜਾਂ ਦੂਸਰੇ ਛੋਟੇ ਰੋਡਾਂ ਦੇ ਉੱਤੇ ਨਿਕਲਦੀਆਂ ਨੇ, ਰਾਤਾਂ ਨੂੰ ਨਿਕਲਦੀਆਂ ਨੇ, ਸਵੇਰ ਚੋਂ। ਸਾਡੀ ਟੀਮ ਜਿਹੜੀ ਆ ਸਵੇਰ ਦੀ ਲੱਗੀ ਹੈਗੀ, ਤੋਂ ਅਸੀਂ ਲਗਾਤਾਰ ਇਸ ਆਪਰੇਸ਼ਨ ਦੇ ਵਿੱਚ ਟੈਕਸ
ਦੀ ਚੋਰੀ ਜਿਹੜੀ ਆ ਹਾਂ ਉਹ ਬਿਲਕੁਲ ਨਹੀਂ ਬਰਦਾਸ਼ਤ ਨਹੀਂ ਕੀਤੀ ਜਾਊਗੀ। ਅਸੀਂ ਕੱਲਾ ਪੈਸਾ ਜਿਹੜਾ ਟੈਕਸ ਦਾਗਾ ਉਹ ਲੋਕਾਂ ਦੀ ਭਲਾਈ ਤੇ ਖਰਚ ਕਰਦੇ ਆ। ਸੋ ਟੈਕਸ ਚੋਰੀ ਜਿਹੜੀ ਆ ਬਿਲਕੁਲ ਖਤਮ ਕਰਾਂਗੇ। ਸਾਨੂੰ ਸ਼ਿਕਾਇਤਾਂ ਸੀਆਂ ਕਿ ਮੰਡੀ ਗੋਬਿੰਦਗੜ੍ਹ, ਲੁਧਿਆਣਾ ਕਈ ਜਗ੍ਹਾ ਤੇ ਵੱਡੀ ਟੈਕਸ ਦੀ ਚੋਰੀ ਹੋਈ ਆ। ਦੇਖੋ ਆ ਗੱਡੀ ਆਈ ਆ, ਅਸੀਂ ਇਹ ਸਾਰਿਆਂ ਦੇ ਚੈੱਕ ਕਰ ਰਹੇ ਹਾਂ ਅਸੀਂ ਲਗਾਤਾਰ। ਹੁਣ ਤੱਕ ਜਿਹੜੀਆਂ ਗੱਡੀਆਂ ਫੜੀਆਂ ਉਹਨਾਂ ਚੋਂ ਕਿੰਨੇ ਕੁ ਅਜਿਹੇ ਲੋਕ ਸੀਗੇ ਜਿਨ੍ਹਾਂ ਦੇ ਕੋਲ ਬਿੱਲ ਨਹੀਂ ਸੀਗੇ? ਲਗਭਗ 10 ਗੱਡੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਨੇਗੀਆਂ ਬਿੱਲ ਆਗੇ ਕਰਨ ਬਈ 10 ਗੱਡੀਆਂ ਤੋਂ ਵੱਧ ਜਿਹੜੀਆਂ ਗੱਡੀਆਂ ਨੇ ਉਹਨਾਂ ਦੇ ਬਿੱਲ ਜਿਹੜੇ ਉਹ ਨਹੀਂ ਪਾਏ ਗਏ। ਲਗਾਤਾਰ ਹੋਰ ਵੀ ਚੈੱਕ ਕਰ ਰਹੇ ਹਾਂ ਅਸੀਂ। ਇਹਨਾਂ ਨੂੰ ਕਿੰਨਾ ਕੁ ਜੁਰਮਾਨਾ ਪਏਗਾ? ਕਿਸੇ ਗੱਡੀ ਦਾ ਲੱਖ ਆ ਜੀ, ਕਿਸੇ ਦਾ 10 ਲੱਖ ਆ, ਕਿਸੇ ਦਾ 5 ਲੱਖ ਆ। ਸਾਰੀਆਂ ਜਿੰਨਾ ਵੀ ਬਣਦਾ ਉਹਦਾ ਜਿੰਨਾ ਮਾਲ ਆ ਉਸ ਹਿਸਾਬ ਨਾਲ ਜਿਹੜਾ ਹੈਗਾ ਮਤਲਬ 10 ਲੱਖ ਰੁਪਏ ਤੱਕ ਜੁਰਮਾਨਾ ਜਾਏ। 10 ਲੱਖ ਰੁਪਈਆ 15 ਲੱਖ ਤੱਕ ਵੀ ਜੁਰਮਾਨਾ ਹੈਗਾ ਉਹ ਹੋ ਰਿਹਾ ਹੈਗਾ। ਇਸ ਵੇਲੇ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਅਚਾਨਕ ਮੰਤਰੀ ਜਿਹੜੇ ਨੇ ਉਹ ਹਾਈਵੇ ਤੇ ਪਹੁੰਚੇ ਨੇ ਔਰ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਵੱਖ-ਵੱਖ ਗੱਡੀਆਂ ਦੀ ਉੱਤੇ। ਕਿਸ ਤਰੀਕੇ ਦੇ ਨਾਲ ਤਸਵੀਰ ਹੈ, ਕਿਸ ਤਰੀਕੇ ਦੇ ਨਾਲ ਇਸ ਵੇਲੇ ਮਾਹੌਲ ਹੈ ਇੱਥੇ। ਸਰ ਜਿਹੜੇ ਟਰੱਕ ਮਿਲੇ ਨੇ ਕਿੰਨਾ ਕੁ ਜੁਰਮਾਨਾ, ਕਿਉਂਕਿ ਮੰਤਰੀ ਸਾਹਿਬ ਕਹਿ ਰਹੇ 10 ਲੱਖ ਰੁਪਏ ਤੱਕ ਜੁਰਮਾਨਾ ਪੈ ਗਿਆ। ਹੁਣ ਤੱਕ ਕਿੰਨੇ ਕੁ ਅਜਿਹੇ ਬਿੱਲ ਸੀਗੇ ਜਿਹੜੇ ਫਰਜ਼ੀ ਨੇ ਜਾਂ ਜਿਨ੍ਹਾਂ ਦੇ ਕੋਲ ਦਸਤਾਵੇਜ਼ ਨਹੀਂ ਸੀਗੇ? ਬੇਸਿਕਲੀ ਅਭੀ ਜਿਹੜੀ ਅਸੀਂ ਗੱਡੀ ਫੜੀ ਹੈਗੀਆਂ ਇਹਦੇ ਵਿੱਚ ਕਰੀਬ ਟੋਟਲ ਅਬ ਤੱਕ 16-17 ਗੱਡੀਆਂ ਜਿਹੜੀ ਹੈਗੀ ਅਸੀਂ ਰੋਕ ਚੁੱਕੇ ਹਾਂ। ਇਹਨਾਂ ਦੇ ਵਿੱਚ 2 ਗੱਡੀਆਂ ਇਸ ਤਰ੍ਹਾਂ ਦੀ ਮਿਲੀਆਂ ਜਿਨ੍ਹਾਂ ਦੇ ਕੋਲ ਕੋਈ ਬਿੱਲ ਨਹੀਂ ਹੈਗੇ, ਤਾਂ ਉਹ ਤੋਂ ਬਿਲਕੁਲ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਸਾਈਡ 'ਚ ਰੱਖ ਕੇ ਔਰ ਉਹਨਾਂ ਦਾ ਪੂਰਾ ਮਾਲ ਚੈੱਕ ਕਰਕੇ ਇਹਨਾਂ ਦਾ ਕੰਡਾ ਹੁੰਦਾ ਹੈਗਾ ਉਸ ਦੇ ਮੁਤਾਬਕ ਫਿਰ ਉਹਨਾਂ ਦਾ ਜਿਹੜਾ ਹੈਗਾ ਪੈਨਲਟੀ ਬਣਦੀ ਹੈ ਕਿ ਕਿੰਨਾ ਟੈਕਸ ਬਣਦਾ ਹੈ, ਟੈਕਸ ਦੇ ਉੱਤੇ ਕਿੰਨੀ ਪੈਨਲਟੀ ਬਣਦੀ ਹੈ। ਔਰ ਕੇਸ ਵੀ ਰਜਿਸਟਰ ਹੁੰਦਾ ਹੈ ਜਾਂ ਗੱਡੀ ਬੌਂਡ ਵੀ ਹੁੰਦੀ ਹੈ? ਬੇਸਿਕਲੀ ਜਿਹੜੀ ਹੈਗੀ ਗੱਡੀ ਇੰਪਾਊਂਡ ਹੁੰਦੀ ਹੈਗੀ, ਉਹ ਟੈਕਸ ਜਿਹੜਾ ਹੈਗਾ ਔਰ ਪੈਨਲਟੀ ਜਿਹੜੀ ਟੈਕਸ ਸਾਡਾ ਬਣਦਾ ਉਹਦਾ 3 ਗੁਣਾ ਤੋਂ 4 ਗੁਣਾ ਜਿਹੜਾ ਹੈਗਾ ਟੈਕਸ ਲੱਗਦਾ ਹੈ। ਉਹਦੇ ਉੱਤੇ ਫਿਰ ਪੈਨਲਟੀ ਬਣਦੀ ਹੈਗੀ। ਪੈਨਲਟੀ ਲਗਾ ਕੇ ਪੈਨਲਟੀ ਜਦੋਂ ਪੇ ਕਰਦੇ ਆ ਉਹਦੇ ਬਾਅਦ ਗੱਡੀ ਔਰ ਮਾਲ ਜਿਹੜਾ ਹੈਗਾ ਉਹਦੇ ਬਾਅਦ ਛੂਟਦਾ ਹੈ। ਤੇ ਅੱਜ ਮੰਤਰੀ ਅਚਾਨਕ ਪਹੁੰਚ ਗਏ ਕਿਉਂਕਿ ਅੱਗੇ ਤਾਂ ਅਫਸਰ ਦੇਖਦੇ ਸੀਗੇ ਫੀਲਡ 'ਚ ਹੁੰਦੇ ਸੀ, ਅੱਜ ਮੰਤਰੀ ਵੀ ਚੈਕਿੰਗ ਕਰ ਰਹੇ। ਹਾਂ ਬੇਸਿਕਲੀ ਸਾਨੂੰ ਇੱਕ ਇਹ ਹੈਗਾ ਕਿ ਮੰਤਰੀ ਸਾਹਿਬ ਦਾ ਵੀ ਇਹ ਸੀਗਾ ਕਿ ਉਹਨਾਂ ਦੇ ਵੱਲੋਂ ਸਾਨੂੰ ਹਮੇਸ਼ਾ ਇਹ ਹਿਦਾਇਤ ਕੀਤੀ ਜਾਂਦੀ ਹੈ ਕਿ ਜਿਹੜਾ ਸਹੀ ਟੈਕਸ ਪੇਅਰ ਹੈ ਉਹਨੂੰ ਆਪਾਂ ਪਰੇਸ਼ਾਨ ਨਹੀਂ ਕਰਨਾ, ਲੇਕਿਨ ਅਗਰ ਕਿਤੇ ਗਲਤ ਐਕਟੀਵਿਟੀ ਹੋ ਰਹੀ ਹੈ ਉਹਨੂੰ ਜਿਹੜਾ ਹੈਗਾ ਕਾਰਵਾਈ ਕਰਨੀ ਹੈਗੀ। तो ਸਾਨੂੰ ਫਿਰ आज ही सवेरे ਜਿਹੜਾ ਹੈਗਾ ਮੰਤਰੀ ਸਾਹਿਬ ਨੇ ਕਿਹਾ ਕਿ ਮੈਂ ਖੁਦ ਹੀ ਚੈੱਕ ਕਰੂੰਗਾ, ਤੁਸੀਂ ਚਲੋ। तो ਉਹਦੇ ਬਾਅਦ ਜਿਹੜਾ ਹੈਗਾ ਅਸੀਂ ਨਾਲ ਹੀ ਆਏ ਹੈਗੇ ਐਂਡ ਮੈਨੂੰ ਖੁਸ਼ੀ ਹੈ ਕਿ ਸਾਡੀ ਟੀਮ ਜਿਹੜੀ ਹੈਗੀ ਪਹਿਲਾਂ ਤੋਂ ਲੱਗੀ ਹੋਈ ਸੀ ਕਿ ਉਹਨਾਂ ਨੇ ਜਿਹੜਾ ਹੈਗਾ ਆਪਣੀ ਕਾਰਵਾਈ ਵੀ ਕੀਤੀ ਹੈਗੀ। ਹੁਣ ਵੀ ਜਿਹੜਾ ਹੈਗਾ ਮੰਤਰੀ ਸਾਹਿਬ ਜਦੋਂ ਆਪਣੇ ਵੱਲੋਂ ਲੀਡ ਕਰਦੇ हैं तो नीचे तक भी ਜਿਹੜਾ ਹੈਗਾ ਮੈਸੇਜ ਬੜਾ ਕਲੀਅਰ ਜਾਂਦਾ ਹੈ ਕਿ ਸਰਕਾਰ ਦੀ ਪਾਲਿਸੀ ਬੜੀ ਕਲੀਅਰ ਹੈ ਕਿ ਅਸੀਂ ਕਿਸੇ ਤਰ੍ਹਾਂ ਦੀ ਕੋਈ ਟੋਲਰੈਂਸ ਜਿਹੜੀ ਹੈਗੀ ਨਹੀਂ ਕਰਨੀ ਹੈ। ਸੋ ਉਸ ਮੁਤਾਬਕ ਉसी ਚੀਜ਼ ਨੂੰ ਧਿਆਨ 'ਚ ਰੱਖਦੇ ਹੋਏ ਜਿਹੜਾ ਹੈਗਾ ਅਸੀਂ ਵੀ ਆਪਣੀ ਕਾਰਵਾਈ ਕਰ ਰਹੇ ਹਾਂ। ਮੈਂ ਇਸ ਵੇਲੇ ਲਾਈਵ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿਸ ਤਰੀਕੇ। ਮੰਤਰੀ ਸਾਹਿਬ ਤੁਸੀਂ ਤਾਂ ਚੈਕਿੰਗ ਕਰ ਰਹੇ ਹੋ, ਕਈ ਥਾਵਾਂ ਤੇ ਵਪਾਰੀ ਵੀ ਨਾਰਾਜ਼ ਹੁੰਦੇ ਆ, ਸ਼ਿਕਾਇਤ ਦਿੰਦੇ ਨੇ। ਵਪਾਰੀ ਕਹਿੰਦੇ ਕਿ ਤੁਹਾਡੇ ਜਿਹੜੇ ਅਫਸਰ ਹੈ ਉਹ ਜਦੋਂ ਰੋਕਦੇ ਆ ਉਹ ਆਪਸੀ ਸੈਟਿੰਗ ਸ਼ੂਟਿੰਗ ਕਰ ਜਾਂਦੇ ਆ ਜਾਂ ਉਹ ਪੈਸੇ ਲੈ ਜਾਂਦੇ ਆ। ਉਹਨਾਂ ਤੇ ਵੀ ਕੋਈ ਨਜ਼ਰ ਹੈ ਜਾਂ ਉਹਨਾਂ ਦੀ ਵੀ ਅਗਰ ਕੋਈ ਸ਼ਿਕਾਇਤ ਆਂਦੀ ਹੈ ਤਾਂ ਕੋਈ ਕਾਰਵਾਈ ਹੋਏਗੀ? ਦੇਖੋ, ਜੇਕਰ ਕੋਈ ਆਫੀਸਰ ਜਿਹੜਾ ਹੈਗਾ ਉਹ ਗਲਤ ਕੰਮ ਕਰੂਗਾ, ਉਹ ਟੈਕਸ ਚੋਰਾਂ ਦੀ ਮਦਦ ਕਰੂਗਾ ਜਾਂ ਜਾਲੀ ਕੋਈ ਕੰਮ ਕਰੂਗਾ, ਉਹਦੇ ਖਿਲਾਫ ਅਸੀਂ ਐਕਸ਼ਨ ਲੈ ਰਹੇ ਹਾਂਗੇ। ਅਸੀਂ ਜਿਹੜਾ ਵੀ ਸਾਨੂੰ ਕੋਈ ਵਪਾਰੀ ਸ਼ਿਕਾਇਤ ਕਰਦਾਗਾ ਉਹਦੇ ਖਿਲਾਫ ਜਿਹੜਾ ਵੀ ਅਫਸਰਾਂ ਦੇ ਖਿਲਾਫ ਐਕਸ਼ਨ ਲੈ ਰਹੇ ਹਾਂਗੇ। ਪਰ ਲੇਕਿਨ ਅਸੀਂ ਬੜਾ ਸਪਸ਼ਟ ਕਰਦੇ ਹਾਂ ਕਿ ਕੋਈ ਵੀ ਟੈਕਸ ਚੋਰ ਜਿਹੜਾ ਬਖਸ਼ਿਆ ਨਹੀਂ ਜਾਊਗਾ। ਇਮਾਨਦਾਰ ਲੋਕਾਂ ਦੀ ਸਰਕਾਰ ਆ, ਤਾਂ ਸਾਰਿਆਂ ਨੂੰ ਮੇਰੀ ਇਹੀ ਅਪੀਲ ਆ ਕਿ ਇਮਾਨਦਾਰੀ ਦਾ ਟੈਕਸ ਜਿਹੜਾ ਤੁਸੀਂ ਦਿਓ, ਇਮਾਨਦਾਰ ਦਾ ਟੈਕਸ ਦਿਓ। ਜਿਹੜੇ ਇਮਾਨਦਾਰ ਕੰਮ ਕਰਨ ਵਾਲੀ ਇੰਡਸਟਰੀ ਆ, ਸਾਡੇ ਕੋਲ ਇੰਡਸਟਰੀਲਿਸਟ ਹੀ ਜਿਹੜੇ ਇਮਾਨਦਾਰ ਇੰਡਸਟਰੀਲਿਸਟ ਜਾਂ ਇਮਾਨਦਾਰ ਲੋਕ ਨੇ, ਇਮਾਨਦਾਰ ਵਪਾਰੀ ਨੇ, ਉਹੀ ਆ ਕੇ ਸਾਨੂੰ ਦੱਸਦੇ ਨੇ ਕਿ ਚੋਰੀ ਇੱਥੇ ਹੋ ਰਹੀ ਹੈ, ਇਹਦੀ ਚੋਰੀ ਰੋਕੋ। ਸੋ ਅਸੀਂ ਰੋਕ ਰਹੇ ਹਾਂਗੇ। ਪਹਿਲੀ ਵਾਰ ਹੋਈ ਹੈ ਕਿ ਅਸੀਂ ਕਰ ਰਹੇ ਹਾਂ ਕੰਮ। ਕੁਝ ਵਪਾਰੀ ਇਹ ਵੀ ਕਹਿੰਦੇ ਕਿ 5 ਲੱਖ ਰੁਪਏ 7 ਲੱਖ ਰੁਪਏ ਸਰਕਾਰ ਦੇ ਖਜ਼ਾਨੇ ਜਾਂਦਾ, ਲੇਕਿਨ ਸਾਡਾ 25 30 35 ਲੱਖ ਰੁਪਏ ਲੱਗ ਜਾਂਦਾ। ਦੇਖੋ, ਜਿਹੜਾ ਵੀ ਕੋਈ ਵਪਾਰੀ ਇਹ ਗੱਲ ਕਹਿੰਦਾਗਾ ਤਾਂ ਉਹਨੂੰ ਕਹੋ ਕਿ ਮੇਰੇ ਨਾਲ ਸੰਪਰਕ ਕਰਨ। ਜੇ ਕਿਤੇ ਵੀ ਕਿਸੇ ਨਾਲ ਠੱਗੀ ਵੱਜੀ ਆ, ਕਿਸੇ ਨਾਲ ਧੋਖਾ ਹੋਇਆਗਾ ਤਾਂ ਅਸੀਂ ਉਹਦੇ ਖਿਲਾਫ ਐਕਸ਼ਨ ਲਵਾਂਗੇ। ਤਾਂ ਇਹ ਅਮੂਮਨ ਤੁਸੀਂ ਇਦਾਂ ਫੀਲਡ 'ਚ ਜਾਂਦੇ ਜਾਂ ਪਹਿਲੀ ਵਾਰ ਇਦਾਂ ਜਿਹੜਾ ਮੈਂ ਜਾਣਾ ਰਹਿਣਾਗਾ ਜੀ, ਜਦੋਂ ਵੀ ਸਾਡਾ ਟਾਈਮ ਲੱਗਦਾਗਾ। ਅੱਜ ਸ਼ਨੀਵਾਰ ਹੈਗਾ, ਅਸੀਂ ਆਪਣੇ ਰਾਸਤੇ 'ਚ ਹਲਕੇ ਜਾ ਰਹੇ ਸੀਗੇ, ਮੈਨੂੰ ਸ਼ਿਕਾਇਤ ਮਿਲੀ ਤਾਂ ਮੈਂ ਅਫਸਰ ਸਾਹਿਬਾਨ ਨੂੰ ਕਿਹਾ, ਇਹ ਸਾਰੇ ਇੱਥੇ ਆ ਗਏ ਸੀ, ਇਹ ਕਾਰਵਾਈ ਹੋ ਰਹੀ ਹੈ। ਕਿਉਂਕਿ ਮੰਤਰੀ ਘੱਟ ਹੁੰਦਾ ਹੈ ਕਿ ਇਸ ਤਰੀਕੇ ਦੇ ਨਾਲ ਖੁਦ ਫੀਲਡ 'ਚ ਉਤਰ ਕੇ ਗੱਡੀਆਂ ਚੈੱਕ ਕਰਨ, ਅਫਸਰ ਲੱਗੇ ਹੁੰਦੇ ਆ। ਦੇਖੋ, ਮੈਂ ਸਮਝਦਾ ਜਿੱਥੇ ਵੀ ਸਾਨੂੰ ਇਨਪੁਟ ਮਿਲਦੀ ਆ ਜਾਂ ਸਾਡੇ ਅਫਸਰ ਸਾਹਿਬਾਨ ਨੂੰ ਇਨਪੁਟ ਮਿਲਦੀ ਆ, ਸਾਰੇ ਅਸੀਂ ਕਾਰਵਾਈ ਤੇ ਉਤਰਦੇ ਹਾਂ ਜੀ। ਇਹ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ, ਚੈਕਿੰਗ ਜਿਹੜੀ ਹੈ ਉਹ ਲਾਈਵ ਕੀਤੀ ਜਾ ਰਹੀ ਹੈ ਔਰ ਇਸ ਵੇਲੇ ਗੱਡੀਆਂ ਵੱਖ-ਵੱਖ ਰੋਕੀਆਂ, ਕੁਝ ਗੱਡੀਆਂ ਬੌਂਡ ਵੀ ਕੀਤੀਆਂ ਔਰ 10 ਤੋਂ 15 ਲੱਖ ਰੁਪਏ ਤੱਕ ਜੁਰਮਾਨਾ ਵੀ ਇਹਨਾਂ ਚੋਂ ਕੁਝ ਟਰੱਕਾਂ ਨੂੰ ਪੈਣ ਜਾ ਰਿਹਾ ਹੈ। ਕੈਮਰਾਮੈਨ ਸੰਦੀਪ ਦੇ ਨਾਲ ਪੰਕਜ ਭਾਈ, ਨਿਊਜ਼ 18। ਲਾਈਵ ਰੇਡ ਗਰਾਊਂਡ ਜ਼ੀਰੋ ਤੋਂ ਨਿਊਜ਼ 18 ਦੇ ਉੱਤੇ ਅਸੀਂ ਦਿਖਾ ਰਹੇ ਸੀ। ਹਰਪਾਲ ਚੀਮਾ ਕੈਬਨਿਟ ਮੰਤਰੀ ਪਹੁੰਚੇ ਨੇ
ਰਾਜਪੁਰਾ ਦੇ ਵਿੱਚ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਚੈਕਿੰਗ ਕੀਤੀ ਗਈ ਹੈ, ਛਾਪੇਮਾਰੀ ਕੀਤੀ ਗਈ ਹੈ, ਟਰੱਕ ਰੋਕੇ ਗਏ ਨੇ, ਟਰੱਕਾਂ ਦੀ ਤਲਾਸ਼ੀ ਮੰਤਰੀ ਨੇ ਲਈ ਹੈ ਤੇ ਜਿੱਥੇ ਕਿਤੇ ਟੈਕਸ ਦੀ ਚੋਰੀ ਪਾਈ ਜਾ ਰਹੀ ਹੈ, ਜਿੱਥੇ ਜਿਹੜੇ ਟਰੱਕ ਚਾਲਕਾਂ ਦੇ ਕੋਲ ਬਿੱਲ ਮੌਜੂਦ ਨਹੀਂ ਉਹਨਾਂ ਨੂੰ ਰੋਕਿਆ ਗਿਆ ਹੈ, ਜੁਰਮਾਨਾ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੇ ਕੋਲ ਸਹੀ ਕਾਗਜ਼ ਨੇ, ਜਿਨ੍ਹਾਂ ਦੇ ਕੋਲ ਸਹੀ ਡਾਕੂਮੈਂਟਸ ਨੇ ਉਹਨਾਂ ਨੂੰ ਜਾਣ ਦਿੱਤਾ ਗਿਆ ਹੈ, ਲੇਕਿਨ ਜਿਨ੍ਹਾਂ ਦੇ ਕਾਗਜ਼ ਪੂਰੇ ਨਹੀਂ, ਜਿਨ੍ਹਾਂ ਦੇ ਡਾਕੂਮੈਂਟਸ ਪੂਰੇ ਨਹੀਂ, ਟੈਕਸ ਦੀ ਚੋਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ਦੇ ਕੋਲ ਬਿਲਕੁਲ ਵੀ ਕੋਈ ਬਿੱਲ ਨਹੀਂ ਉਹਨਾਂ ਦੇ ਟਰੱਕ ਇੰਪਾਊਂਡ ਕੀਤੇ ਜਾ ਰਹੇ ਨੇ ਤੇ ਜੁਰਮਾਨਾ ਉਹਨਾਂ ਨੂੰ ਬਕਾਇਦਾ ਲਾਇਆ ਜਾ ਰਿਹਾ, ਕੇਸ ਦਰਜ ਕੀਤੇ ਜਾ ਰਹੇ ਨੇ। ਤਾਂ ਗਰਾਊਂਡ ਜ਼ੀਰੋ ਤੋਂ ਤਸਵੀਰਾਂ ਮੇਰੇ ਸਹਿਯੋਗੀ ਪੰਕਜ ਕਪਾਹੀ ਦਿਖਾਉਣਗੇ ਜਿੱਥੇ ਹਰਪਾਲ ਚੀਮਾ ਕੈਬਨਿਟ ਮੰਤਰੀ ਨੇ ਛਾਪੇਮਾਰੀ ਕੀਤੀ ਹੈ, ਟਰੱਕ ਰੋਕੇ ਗਏ ਨੇ। ਰਾਜਪੁਰਾ ਅੰਮ੍ਰਿਤਸਰ ਜਿਹੜਾ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਹੈ ਰਾਜਪੁਰਾ ਦੇ ਵਿੱਚ, ਉੱਥੇ ਛਾਪੇਮਾਰੀ ਕੀਤੀ ਗਈ ਹੈ। ਅਜੇ ਵੀ ਜਿਹੜੇ ਟਰੱਕ ਨੇ ਉਹ ਰੋਕੇ ਗਏ ਨੇ, ਟਰੱਕ ਇੰਪਾਊਂਡ ਹੋ ਰਹੇ ਨੇ, ਮਾਮਲੇ ਦਰਜ ਹੋ ਰਹੇ ਨੇ। ਮੇਰੇ ਸਹਿਯੋਗੀ ਪੰਕਜ ਕਪਾਹੀ ਇਸ ਵੇਲੇ ਲਾਈਵ ਜੁੜੇ ਹੋਏ ਨੇ। ਪੰਕਜ, ਜੋ ਭ੍ਰਿਸ਼ਟਾਚਾਰ ਨੂੰ ਲੈ ਕੇ ਹਮੇਸ਼ਾ ਸਰਕਾਰ ਜ਼ੀਰੋ ਟੋਲਰੈਂਸ ਦੀ ਨੀਤੀ ਦੀ ਗੱਲ ਕਰਦੀ ਹੈ, ਭਾਵੇਂ ਉਹ ਟੈਕਸ ਚੋਰੀ ਹੋਵੇ, ਭਾਵੇਂ ਭ੍ਰਿਸ਼ਟਾਚਾਰ ਕਿਸੇ ਵੀ ਰੂਪ ਦੇ ਵਿੱਚ ਹੋਵੇ, ਤਾਂ ਉਸ ਦੇ ਹੀ ਮੱਦੇਨਜ਼ਰ ਅਸੀਂ ਕਹਿ ਸਕਦੇ ਹਾਂ ਕਿ ਹਰਪਾਲ ਚੀਮਾ ਹੁਣ ਖੁਦ ਜ਼ਮੀਨ ਤੇ ਉਤਰੇ ਨੇ। ਗਰਾਊਂਡ ਜ਼ੀਰੋ ਤੋਂ ਨਿਊਜ਼ 18 ਨੇ ਤਸਵੀਰਾਂ ਵੀ ਆਪਣੇ ਦਰਸ਼ਕਾਂ ਨੂੰ ਦਿਖਾਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਛਾਪੇਮਾਰੀ ਹੋਈ ਹੈ ਤੇ ਇੱਕ ਕਲੀਅਰ ਮੈਸੇਜ ਜਾਂਦਾ ਹੈ ਸਭ ਨੂੰ ਕਿ ਇਸ ਤਰੀਕੇ ਦੇ ਨਾਲ ਹੁਣ ਨਹੀਂ ਚੱਲੇਗਾ। ਬਿਲਕੁਲ ਬਿਲकुल ਐਕਸ਼ਨ ਦੇ ਵਿੱਚ ਅਰਸ਼ ਮੰਤਰੀ ਸਾਹਿਬ ਨਜ਼ਰ ਆਏ ਨੇ ਕਿਉਂਕਿ ਇਸ ਵੇਲੇ ਸਰਕਾਰ ਕੋ ਸਾਧਨ ਕੀ ਨੇ, ਸੋਰਸ ਦੇ ਸਾਧਨ ਕੀ ਨੇ, ਉਹ ਸਾਧਨ ਨੇ ਕਿ ਕਿਵੇਂ ਟੈਕਸ ਚੋਰੀ ਜਿਹੜੀ ਹੈ ਉਹ ਰੋਕੀ ਜਾ ਸਕੇ ਤਾਂ ਕਿ ਖਜ਼ਾਨੇ ਦੇ ਵਿੱਚ ਪੈਸਾ ਆ ਸਕੇ। ਔਰ ਇਸੇ ਦੇ ਮੱਦੇਨਜ਼ਰ ਸਵੇਰੇ ਤੜਕੇ ਜਿਹੜੇ ਮੰਤਰੀ ਨੇ ਉਹ ਨਿਕਲੇ ਹਾਈਵੇ ਦੇ ਉੱਤੇ ਕਿਉਂਕਿ ਸ਼ਿਕਾਇਤਾਂ ਮਿਲੀਆਂ ਸੀਗੀਆਂ ਕਿ ਬਹੁਤ ਸਾਰੇ ਟਰੱਕ ਜਿਹੜੇ ਨੇ ਇੱਥੋਂ ਨਿਕਲਦੇ ਨੇ, ਜਿਹੜੇ ਦਿੱਲੀ ਤੋਂ ਆਉਂਦੇ ਨੇ, ਹਰਿਆਣਾ ਤੋਂ ਆਉਂਦੇ ਨੇ ਔਰ ਬਿਲਾਂ ਤੋਂ ਟਰੱਕ ਜਿਹੜੇ ਨੇ ਉਹ ਨਿਕਲਦੇ ਨੇ, ਜਿਸ ਦੇ ਨਾਲ ਸਰਕਾਰ ਦੇ ਖਜ਼ਾਨੇ ਨੂੰ ਇੱਕ ਨੁਕਸਾਨ ਪਹੁੰਚ ਜਾਂਦਾ ਹੈ। ਤਸਵੀਰਾਂ ਦੇਖੋ ਕਿ ਇਸ ਵੇਲੇ ਹਾਈਵੇ ਦੇ ਉੱਤੇ ਹੋਰ ਵੀ ਟਰੱਕ ਜਿਹੜੇ ਉਹ ਰੋਕੇ ਜਾ ਰਹੇ ਆ ਔਰ ਕੁਝ ਅਜਿਹੇ ਟਰੱਕ ਮਿਲੇ ਜਿਨ੍ਹਾਂ ਨੂੰ ਬਿਨਾਂ ਬਿੱਲ ਤੋਂ ਸੀਗੇ ਔਰ ਤਕਰੀਬਨ 10 ਤੋਂ 15 ਲੱਖ ਰੁਪਏ ਤੱਕ ਜੁਰਮਾਨਾ ਜਿਹੜਾ ਮੌਕੇ ਦੇ ਉੱਤੇ ਹੀ ਪਾ ਦਿੱਤਾ ਗਿਆ। ਕੁਝ ਟਰੱਕ ਜਿਹੜੇ ਨੇ ਉਹ ਸੀਲ ਕਰ ਦਿੱਤੇ ਗਏ, ਬੌਂਡ ਕਰ ਦਿੱਤੇ ਗਏ ਔਰ ਕੁਝ ਟਰੱਕਾਂ ਦੇ ਵਿੱਚੋਂ ਅਜਿਹੀ ਚੀਜ਼ਾਂ ਮਿਲੀਆਂ ਕਿ ਬਿੱਲ ਕਿਸੇ ਹੋਰ ਚੀਜ਼ ਦੇ ਸੀਗੇ, ਸਮਾਨ ਕੁਝ ਹੋਰ ਸੀਗਾ। ਤਾਂ ਇਹ ਇਸ ਵੇਲੇ ਗਰਾਊਂਡ ਜ਼ੀਰੋ ਤੋਂ ਨਿਊਜ਼ 18 ਦੀ ਇਕਲੌਤੀ ਟੀਮ ਹੈ ਜਿਹੜੀ ਇੱਥੇ ਪਹੁੰਚੀ ਹੋਈ ਹੈ। ਤਸਵੀਰਾਂ ਅਸੀਂ ਲਗਾਤਾਰ ਦਿਖਾ ਰਹੇ ਹਾਂ ਕਿ ਇਸ ਵੇਲੇ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ। ਚੀਮਾ ਸਾਹਿਬ, ਕੁਝ ਟਰੱਕ ਅਜਿਹੇ ਵੀ ਮਿਲੇ ਜਿਸ ਦੇ ਵਿੱਚ ਸਮਾਨ ਕੁਝ ਹੋਰ ਸੀ, ਬਿੱਲ ਕਿਸੇ ਹੋਰ ਚੀਜ਼ ਦਾ ਸੀਗਾ, ਉਹਨਾਂ ਤੇ ਜੁਰਮਾਨਾ ਕਿੰਨਾ ਕੁ ਪਏਗਾ? ਦੇਖੋ ਮੈਕਸਿਮਮ ਪੈਨਲਟੀ ਲੱਗੂਗੀ। ਜਿਹੜਾ ਸਮਾਨ ਅੰਦਰ ਕੋਈ ਹੋਰ ਆਗਾ ਔਰ ਬਿੱਲ ਕਿਸੇ ਹੋਰ ਚੀਜ਼ ਦਾ ਗਾ, ਇੱਥੋਂ ਪਤਾ ਲੱਗਦਾ ਕਿੰਨੀ ਵੱਡੀ ਚੋਰੀ ਹੋ ਰਹੀ ਹੈਗੀ। ਸੋ ਸਾਨੂੰ ਸਾਰੀਆਂ ਰਿਪੋਰਟਾਂ ਮਿਲੀਆਂ ਨੇ, ਲਗਾਤਾਰ ਸਾਡੇ ਸਾਰੇ ਆਫੀਸਰ ਸਾਹਿਬਾਨ ਚੈੱਕ ਕਰ ਰਹੇ ਨੇਗੇ। ਜਿਹੜੀਆਂ ਸਹੀ ਨੇਗੇ ਉਹ ਜਾ ਰਹੀਆਂ ਨੇਗੀਆਂ, ਜਿਨ੍ਹਾਂ ਦੇ ਬਿੱਲ ਸਹੀ ਨੇਗੇ, ਟੈਕਸ ਠੀਕ ਭਰਿਆ ਹੋਇਆ ਉਹ ਜਾ ਰਹੇ ਨੇ। ਪਰ ਲੇਕਿਨ ਜਿੱਥੇ ਕਿਤੇ ਚੋਰੀ ਹੋ ਰਹੀ ਆ ਉਹ ਚੋਰਾਂ ਦੇ ਖਿਲਾਫ ਅਸੀਂ ਸਖਤ ਐਕਸ਼ਨ ਲੈ ਰਹੇ ਹਾਂ। ਮੰਤਰੀ ਨੂੰ ਕਿਉਂ ਗਰਾਊਂਡ ਤੇ ਉਤਰਨਾ ਪੈ ਰਿਹਾ? ਅਫਸਰ ਹੁੰਦੇ, ਅਫਸਰ ਲੱਗੇ ਹੁੰਦੇ, ਮੰਤਰੀ ਕਿਉਂ ਖੁਦ ਫੀਲਡ 'ਚ ਉਤਰ ਕੇ ਇਸ ਤਰੀਕੇ ਦੇ ਨਾਲ ਨਜ਼ਰ ਆ ਰਿਹਾ? ਦੇਖੋ ਸਾਡਾ ਇਨਫੋਰਸਮੈਂਟ ਵਿੰਗ ਜਿਹੜਾ ਹੈਗਾ ਔਰ ਜੀਐਸਟੀ ਦਾ ਪੂਰਾ ਡਿਪਾਰਟਮੈਂਟ ਜਿਹੜਾ ਹੈਗਾ ਬੜੇ ਅੱਛੇ ਤਰੀਕੇ ਨਾਲ ਕੰਮ ਕਰ ਰਿਹਾ ਔਰ ਪਹਿਲੀ ਵਾਰ ਜੀਐਸਟੀ ਦੇ ਵਿੱਚ ਪੰਜਾਬ ਦੇ ਅੰਦਰ ਲਗਭਗ 24% ਦਾ ਵਾਧਾ ਵੀ ਹੋਇਆਗਾ। ਪਰ ਲੇਕਿਨ ਫਿਰ ਵੀ ਸਾਨੂੰ ਰਿਪੋਰਟਾਂ ਮਿਲ ਰਹੀਆਂ ਸੀਗੇ ਮੰਡੀ ਗੋਬਿੰਦਗੜ੍ਹ ਦੇ ਅਧੀਨ, ਲੁਧਿਆਣਾ ਜਾਂ ਬਾਹਰੋਂ ਹਰਿਆਣੇ ਚੋਂ, ਮੱਧ ਪ੍ਰਦੇਸ਼ ਤੋਂ, ਹੋਰ ਕਾਫੀ ਜਗ੍ਹਾ ਦੇ ਉੱਤੋਂ ਆ ਕੇ ਜਿਹੜਾ ਹੈਗਾ ਗੈਰ ਕਾਨੂੰਨੀ ਕੰਮ ਹੋ ਰਿਹਾਗਾ ਔਰ ਜਿਹੜੀ ਆ ਉਹਦੀ ਸਕ੍ਰੈਪ ਦੀਆਂ ਜਾਂ ਦੂਜੇ ਬਿੱਲਾਂ ਦੀਆਂ ਉਹਦੇ ਵਿੱਚ ਟੈਕਸ ਚੋਰੀ ਹੋ ਰਹੀ ਹੈ। ਸੋ ਸਾਰੇ ਅਸੀਂ ਫੜ ਰਹੇ ਹਾਂਗੇ। ਤਾਂ ਪਿਛਲੇ 1.5 ਘੰਟੇ ਤੋਂ ਤੁਸੀਂ ਲੱਗੇ ਹੋ, 20-25 ਟਰੱਕ ਫੜ ਲਏ ਆ। ਕਿੰਨੇ ਕੁ ਟਰੱਕ ਅਜਿਹੇ ਸੀਗੇ ਜਿਹੜੇ ਜੈਨੂਅਨ ਸੀਗੇ, ਜਿਨ੍ਹਾਂ ਦੇ ਕੋਲ ਬਿੱਲ ਸੀਗੇ ਔਰ ਬਹੁਤ ਸਾਰੇ ਕਿੰਨੇ ਟਰੱਕ ਅਜਿਹੇ ਸੀਗੇ ਜਿਹੜੇ ਬਿਨਾਂ ਬਿੱਲਾਂ ਤੋਂ ਸੀ ਜਾਂ ਫਰਜ਼ੀ ਬਿੱਲਾਂ ਤੋਂ ਸੀ ਜਾਂ ਕੋਈ ਸਮਾਨ ਕੁਝ ਹੋਰ ਸੀ? ਹਜੇ ਸਾਡੇ ਆਫੀਸਰ ਸਾਹਿਬਾਨ ਗਿਣਤੀ ਕਰ ਰਹੇ ਨੇ ਕਿੰਨੇ ਟਰੱਕ ਜਿਹੜੇ ਜੈਨੂਅਨ ਨੇ, ਕਿੰਨੇ ਅਨਜੈਨੂਅਨ ਨੇਗੇ। ਲਗਭਗ 15-20 ਟਰੱਕ ਤਾਂ ਮੈਂ ਆਪ ਖੁਦ ਕੱਢੇ ਜਿਹੜੇ ਜੈਨੂਅਨ ਸੀ, ਜਿਹੜੇ ਸਹੀ ਸੀ, ਜਿਹਨਾਂ 'ਚ ਮਾਲ ਸਹੀ ਸੀ ਔਰ ਬਿੱਲ ਵੀ ਸਹੀ ਸੀਗੇ। ਔਰ ਜਿਹੜੇ ਜਿਨ੍ਹਾਂ ਕੋਲੇ ਬਿੱਲ ਵੀ ਹੈ ਨਹੀਂ ਜਾਂ ਗਲਤ ਨੇਗੇ, ਜਿਨ੍ਹਾਂ ਦੀ ਚੈਕਿੰਗ ਹੋ ਰਹੀ ਹੈ, ਸੋ ਸਾਰੇ ਇੰਪਾਊਂਡ ਕੀਤੇ ਜਾ ਰਹੇ, ਉਹ ਰੋਕ ਰਹੇ ਹਾਂਗੇ ਸਾਰੇ। ਕਿਉਂਕਿ ਟਰੱਕ ਡਰਾਈਵਰ ਜਿਹੜੇ ਇੱਥੇ ਸੀਗੇ ਜਿਹੜੇ ਲੈ ਕੇ ਜਾ ਰਹੇ ਉਹ ਕਹਿੰਦੇ ਕਿ ਸਾਨੂੰ ਨਹੀਂ ਪਤਾ ਸਮਾਨ ਕਿੱਥੋਂ ਆਇਆ, ਕਿਵੇਂ ਆਇਆ, ਅਸੀਂ ਤਾਂ ਲੋਡ ਕਰਕੇ ਚਲੇ ਗਏ। ਇਹ ਟਰੱਕ ਡਰਾਈਵਰ ਦੇ ਉੱਤੇ ਜੁਰਮਾਨਾ ਪਏਗਾ ਜਾਂ ਮਾਲਕ ਦੇ ਉੱਤੇ ਜੁਰਮਾਨਾ ਜਿਹੜਾ? ਮਾਲਕ ਦੇ ਉੱਤੇ ਨਹੀਂ, ਇਹ ਜਿਹੜਾ ਟਰੱਕ ਡਰਾਈਵਰ ਉਹਦਾ ਡਰਾਈਵਰ ਹੈਗਾ, ਜਿਹੜਾ ਉਹ ਗੱਡੀ ਦਾ ਮਾਲਕ ਆ ਜਾਂ ਜਿੱਥੇ ਮਾਲ ਜਾ ਰਿਹਾ ਸੀ, ਜਿੱਥੋਂ ਮਾਲ ਆ ਰਿਹਾ ਸੀਗਾ, ਜਿਹੜੀ ਕੰਪਨੀ ਦੇ ਉਹ ਬਿੱਲ, ਉਹ ਜਿਹੜੇ ਆਇਡੈਂਟੀਫਾਈ ਹੋਣਗੇ ਜਿਨ੍ਹਾਂ ਨੇ ਵੀ ਟੈਕਸ ਦੀ ਚੋਰੀ ਕੀਤੀ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਊਗੀ। ਇਸ ਵੇਲੇ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ, ਗੱਡੀਆਂ ਦੀ ਤਲਾਸ਼ੀ ਜਿਹੜੀ ਉਹ ਲਿੱਤੀ ਜਾ ਰਹੀ ਹੈ ਹਾਈਵੇ ਦੇ ਉੱਤੇ। ਐਕਸ਼ਨ ਦੇ ਵਿੱਚ ਇਸ ਵੇਲੇ ਜਿਹੜੇ ਐਕਸਾਈਜ਼ ਦੇ ਜਿਹੜੇ ਖਜ਼ਾਨੇ ਦੇ ਮੰਤਰੀ ਨੇ, ਟੈਕਸ ਦੇ ਮੰਤਰੀ ਨੇ, ਜੀਐਸਟੀ ਦੇ ਮੰਤਰੀ ਨੇ, ਉਹ ਖੁਦ ਇਸ ਵੇਲੇ ਚੈਕਿੰਗ ਜਿਹੜੀ ਉਹ ਵੱਖ-ਵੱਖ ਟਰੱਕਾਂ ਦੀਆਂ ਇਸ ਵੇਲੇ ਕਰ ਰਹੇ ਨੇ। ਬਹੁਤ ਸਾਰੇ ਟਰੱਕ ਡਰਾਈਵਰ ਅਜਿਹੇ ਮਿਲੇ ਜਿਹੜੇ ਉਹ ਕਹਿ ਰਹੇ ਨੇ ਕਿ ਸਾਡਾ ਕੋਈ ਕਸੂਰ ਨਹੀਂ ਹੈ, ਸਾਨੂੰ ਚਲਾਨ ਜਿਹੜਾ ਉਹ ਨਾ ਕੱਟਿਆ ਜਾਵੇ, ਅਸੀਂ ਤਾਂ
ਟਰੱਕ ਜੇ ਕਿਸੇ ਨੇ ਕਿਹਾ ਤੁਸੀਂ ਲੈ ਕੇ ਆਓ ਤਾਂ ਅਸੀਂ ਲੈ ਕੇ ਚਲੇ ਗਏ, ਸਮਾਨ ਲੱਦ ਕੇ ਲੈ ਕੇ ਚਲੇ ਗਏ। ਔਰ ਬਹੁਤ ਸਾਰੇ ਸਮਾਨ ਅਜਿਹੇ ਸੀਗੇ ਜਿਨ੍ਹਾਂ ਦੇ ਵਿੱਚ ਮੋਬਾਈਲ ਦੀ ਐਕਸੈਸਰੀ ਜਾਂ ਇਸ ਤੋਂ ਇਲਾਵਾ ਬੂਟ, ਕੱਪੜੇ, ਲੇਕਿਨ ਬਿੱਲ ਕਿਸੇ ਹੋਰ ਚੀਜ਼ ਦੇ ਸੀਗੇ। ਤਾਂ ਇਸ ਵੇਲੇ ਚੈਕਿੰਗ ਜਿਹੜੀ ਉਹ ਲਗਾਤਾਰ ਕੀਤੀ ਜਾ ਰਹੀ ਹੈ, ਤਲਾਸ਼ੀ ਜਿਹੜੀ ਉਹ ਵੱਖ-ਵੱਖ ਟਰੱਕਾਂ ਦੀ ਜਿਹੜੀ ਉਹ ਲਿੱਤੀ ਜਾ ਰਹੀ ਹੈ। ਕਿੰਨੇ ਕੁ ਜਿਹੜੇ ਟਰੱਕ ਨੇ ਇੰਪਾਊਂਡ ਕੀਤੇ ਗਏ ਨੇ, ਅਗਰ ਤਸਵੀਰਾਂ ਦੇ ਜ਼ਰੀਏ ਦਿਖਾ ਸਕੋ ਕਿੰਨੇ ਕੁ ਟਰੱਕ ਨੇ ਜਿਹੜੇ ਜ਼ਬਤ ਕੀਤੇ ਗਏ ਨੇ, ਅਧਿਕਾਰੀਆਂ ਤੋਂ ਇਸ ਗੱਲ ਦੀ ਜਾਣਕਾਰੀ ਲੈ ਸਕੋ ਕਿ ਕਿੰਨੇ ਕੁ ਅਜਿਹੇ ਟਰੱਕ ਨੇ ਜਿਨ੍ਹਾਂ ਦੇ ਕੋਲ ਫਰਜ਼ੀ ਬਿੱਲ ਸੀ, ਯਾਨੀ ਕਿ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ, ਜਿਵੇਂ ਮੰਤਰੀ ਸਾਹਿਬ ਜ਼ਿਕਰ ਕਰ ਰਹੇ ਨੇ ਕਿ ਸਮਾਨ ਕੁਝ ਹੋਰ ਸੀ ਲੇਕਿਨ ਬਿੱਲ ਕਿਸੇ ਹੋਰ ਚੀਜ਼ ਦੇ ਸੀ। ਬਿਲਕੁਲ ਹੁਣ ਤੱਕ ਕਿੰਨੇ ਟਰੱਕਾਂ ਦੇ ਉੱਤੇ ਜੁਰਮਾਨਾ ਜਿਹੜਾ ਉਹ ਪੈ ਚੁੱਕਿਆ ਹੋਇਆ ਅੱਜ ਦੇ ਦਿਨ ਦੀ ਗੱਲ ਕੀਤੀ ਜਾਵੇ, ਔਰ ਕਿੰਨੇ ਕੁ ਸੀਲ ਕਰ ਦਿੱਤੇ ਜਾਂ ਪਾਉਂਡ ਕਰ ਦਿੱਤੇ ਗਏ? ਜਿਹੜੇ ਸਾਨੂੰ ਕੁਝ ਜਿਹੜੇ ਟਰੱਕਸ ਹੈਗੇ ਜਿਨ੍ਹਾਂ ਦੇ ਵਿੱਚ ਗੜਬੜ ਲੱਗੀ ਹੈਗੀ, ਜਿਵੇਂ 4 ਟਰੱਕ ਤੋਂ ਜਿਹੜਾ ਹੈਗਾ ਬਿਨਾਂ ਬਿੱਲ ਦੇ ਹੀ ਫੜੇ ਗਏ ਹਨ। ਸੋ ਆਬਵੀਅਸਲੀ ਉਹ ਤਾਂ ਸਾਰੇ ਕੇ ਸਾਰੇ ਉਹਨਾਂ ਦੇ ਉੱਤੇ ਪੈਨਲਟੀ ਵੀ ਜਿਹੜੀ ਹੈਗੀ ਲੱਗੇਗੀ, ਸਾਰਾ ਕੁਝ ਜਿਹੜਾ ਹੈਗਾ ਉਹਨਾਂ ਦੀ ਕਾਰਵਾਈ ਹੋਏਗੀ। ਉਹਦੇ ਇਲਾਵਾ ਕੁਝ ਜਿਹੜਾ ਹੈਗਾ ਜਿਨ੍ਹਾਂ ਦੇ ਵਿੱਚ ਨਗ ਅਲੱਗ ਹੈਗੇ ਤੇ ਮਾਲ ਜਿਹੜਾ ਹੈਗਾ ਅੰਦਰ ਅਲੱਗ ਹੈ, ਬਿੱਲ 'ਚ ਜਿਹੜਾ ਹੈਗਾ ਕੁਝ ਹੋਰ ਚੀਜ਼ ਦਿਖਾਈ ਹੋਈ ਹੈ, ਉਹਨਾਂ ਦੀ ਵੈਰੀਫਿਕੇਸ਼ਨ ਹੋ ਕੇ ਇੱਕ ਜਿਹੜਾ ਹੈਗਾ ਉਹਦਾ ਨਗ ਦੀ ਗਿਣਤੀ ਹੋਏਗੀ ਔਰ ਉਹਦੇ ਬਾਅਦ ਜਿਹੜਾ ਹੈਗਾ ਉਹਨਾਂ ਦੇ ਉੱਤੇ ਬਿੱਲ ਹੋਏਗਾ। ਲੇਕਿਨ ਫਿਰ ਵੀ ਮੈਨੂੰ ਲੱਗਦਾ ਹੈ ਕਿ ਅੱਜ ਦਾ ਜਿਹੜਾ ਆਪਰੇਸ਼ਨ ਹੈ ਇਹਦੇ ਵਿੱਚ ਸਾਨੂੰ ਟੋਟਲ ਜਿਹੜਾ ਟੈਕਸ ਹੈਗਾ ਉਹ ਮਿਲੂ ਕੇ 50-60 ਲੱਖ ਰੁਪਏ ਤੋਂ ਉੱਪਰ ਜਿਹੜਾ ਹੈਗਾ ਟੈਕਸ ਇਸੀ ਮਾਰਨਿੰਗ ਦੇ ਜਿਹੜੇ 1 ਘੰਟੇ ਹੈਗੇ ਇਹਦੇ ਵਿੱਚ ਸਾਨੂੰ ਜਿਹੜਾ ਹੈਗਾ ਮਿਲ ਜਾਣਾ ਹੈ। 60 ਲੱਖ ਰੁਪਇਆ ਮਤਲਬ ਮੰਤਰੀ ਸਾਹਿਬ 1 ਘੰਟਾ ਆਏ ਤੇ ਸਰਕਾਰ ਦੇ ਖਜ਼ਾਨੇ 'ਚ ਫਾਇਦਾ ਆ ਜਾਏਗਾ ਜੀ, ਆ ਜਾਏਗਾ, ਕਿਉਂਕਿ ਜਿੰਨੀ 4 ਗੱਡੀਆਂ ਤੋਂ ਸਾਨੂੰ ਜਿਹੜੀ ਹੈਗੀ ਬਿਨਾਂ ਬਿੱਲ ਦੇ ਫੜੀ ਗਈ ਹੈਗੀ। ਉਹਦੇ ਇਲਾਵਾ ਕੁਝ ਗੱਡੀਆਂ ਹੈਗੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਅੰਡਰ ਬਿਲਿੰਗ ਕੀਤੀ ਹੋਈ ਹੈ, ਕੁਝ ਵਿੱਚ ਜਿਹੜਾ ਹੈਗਾ ਕੁਆਂਟੀਟੀ ਕੱਟ ਦਿਖਾਈ ਹੋਈ ਹੈਗੀ, ਉਸ ਮੁਤਾਬਕ ਜਿਹੜਾ ਹੈਗਾ ਇੰਨਾ ਬਣੇਗਾ ਜੀ। ਲੇਕਿਨ ਜਦੋਂ ਤੁਹਾਡੇ ਫੀਲਡ ਦੇ ਅਫਸਰ ਇਦਾਂ ਸਾਰਾ ਦਿਨ ਚੈਕਿੰਗ ਕਰਦੇ ਆ ਉਦੋਂ 50 ਲੱਖ ਰੁਪਇਆ ਆਉਂਦਾ ਜਾਂ ਉਦੋਂ? ਬਿਲਕੁਲ ਬਣਦਾ ਹੈਗਾ। ਇਹਦੇ ਵਿੱਚ ਰੀਜ਼ਨ ਇਹ ਹੁੰਦਾ ਹੈ ਕਿ ਜਿਵੇਂ ਹੁਣ ਸਾਡੇ ਕੋਲ ਕਾਫੀ ਸਾਰੇ ਲੋਕ ਜਿਹੜੇ ਹੈਗੇ ਉਹ ਇੱਕ ਸਾਥ ਹੈਗੇ ਤੇ ਤੋਂ ਸਾਡੀ ਜਿਹੜੀ ਸਾਰੀ ਮੋਬਾਈਲ ਟੀਮਸ ਹੈਗੀਆਂ ਉਹ ਕਾਰਵਾਈ ਕਰਦੀ ਹੈ। ਹੁਣ ਤੱਕ ਅਗਰ ਦੇਖੀਏ ਤਾਂ ਅਸੀਂ ਜਿਹੜਾ ਹੈਗਾ ਟੋਟਲ ਪੂਰੇ ਸਾਲ 'ਚ 160 ਕਰੋੜ ਤੋਂ ਉੱਪਰ ਜਿਹੜਾ ਹੈਗਾ ਇਹਦੇ ਵਿੱਚ ਅਲੱਗ-ਅਲੱਗ ਜਿਹੜੇ ਹੈਗੇ ਇਨਸਪੈਕਸ਼ਨਸ ਔਰ ਇਹਨਾਂ ਦੀ ਗੱਡੀਆਂ ਤੇ ਜਿਹੜਾ ਹੈਗਾ ਹੁਣ ਤੱਕ ਫੜ ਚੁੱਕੇ ਹੈਗੇ। ਪੂਰੇ 1 ਸਾਲ 'ਚ ਅਗਰ ਇਹ ਮਾਨ ਸਰਕਾਰ ਦੀ ਗੱਲ ਕੀਤੀ ਜਾਵੇ ਕਿੰਨਾ ਇਸ ਵੇਲੇ ਟੈਕਸ ਚੋਰੀ ਤੋਂ ਪੈਸਾ ਜਿਹੜਾ ਵਾ ਉਹ ਸਰਕਾਰ ਦੇ ਖਜ਼ਾਨੇ 'ਚ ਆਇਆ? ਜਿਹੜੀ ਸਾਡੀ ਇਨਫੋਰਸਮੈਂਟ ਐਕਟੀਵਿਟੀਜ਼ ਹੈਗੇ ਉਹਨਾਂ ਤੋਂ ਕਰੀਬ ਜਿਹੜਾ ਹੈਗਾ 160 ਕਰੋੜ ਰੁਪਏ ਹੁਣ ਤੱਕ ਜਿਹੜਾ ਹੈਗਾ 9 ਮਹੀਨੇ 'ਚ ਹੋਇਆ ਦਸੰਬਰ 9 ਮਹੀਨੇ 'ਚ 160 ਕਰੋੜ ਰੁਪਏ ਹੋਇਆ। ਜੀ। ਲੇਕਿਨ ਕੁਝ ਵਪਾਰੀਆਂ ਨਾਲ ਜਿਹੜੀ ਸਾਡੀ ਅਮੂਮਨ ਗੱਲਬਾਤ ਹੁੰਦੀ ਕਹਿੰਦੇ ਕਿ ਜੁਰਮਾਨਾ 5 ਲੱਖ 6 ਲੱਖ ਰੁਪਏ ਲੈਂਦਾ ਜਿਹੜਾ, ਲੇਕਿਨ ਫੀਲਡ ਤੇ ਮੌਕੇ ਤੇ ਅਧਿਕਾਰੀ ਹੁੰਦਾ ਹੈ ਉਹ 10 ਲੱਖ ਰੁਪਏ 15 ਲੱਖ ਰੁਪਏ ਲੈ ਜਾਂਦਾ, ਉਹ 5-5 ਲੱਖ ਰੁਪਏ ਆਪਣੇ ਕੋਲ ਲੈ ਜਾਂਦਾ। ਨਹੀਂ, ਨਾਰਮਲੀ ਅਗਰ ਇਸ ਤਰ੍ਹਾਂ ਦੀ ਕੋਈ ਚੀਜ਼ ਹੋਏਗੀ ਤਾਂ ਉਹਦੀ ਸ਼ਿਕਾਇਤ ਵੀ ਸਾਡੇ ਕੋਲ ਆਏਗੀ ਔਰ ਸ਼ਿਕਾਇਤ ਜਦੋਂ ਵੀ ਆਂਦੀ ਅਸੀਂ ਕਾਰਵਾਈ ਵੀ ਕਰਦੇ ਹੈਗੇ ਉਹਦੇ ਵਿੱਚ। ਇਹਦੇ ਵਿੱਚ ਕਿਉਂਕਿ ਵਪਾਰੀ ਵੀ ਜਿਹੜਾ ਹੈਗਾ ਉਹਨਾਂ ਦੇ ਵਿੱਚੋਂ ਕਈ ਲੋਕ ਜਿਹੜੇ ਹੈਗੇ ਉਹਨਾਂ ਦੇ ਵੱਲੋਂ ਕਰ ਦੀ ਚੋਰੀ ਹੋ ਰਹੀ ਹੁੰਦੀ ਹੈ, ਕਈ ਆਪਣਾ ਕੰਮ ਚੰਗੀ ਤਰੀਕੇ ਨਾਲ ਕਰ ਰਹੇ ਹੁੰਦੇ ਆ। ਸਾਡਾ ਫਰਜ਼ ਇਹ ਬਣਦਾ ਹੈ ਕਿ ਜਿਹੜਾ ਕਰ ਦੇ ਰਿਹਾ ਹੈਗਾ ਸਹੀ ਤਰੀਕੇ ਨਾਲ ਆਪਣਾ ਟੈਕਸ ਪੇ ਕਰ ਰਿਹਾ ਉਹਨੂੰ ਅਸੀਂ ਫੈਸਿਲਿਟੇਟ ਕਰੀਏ, ਕਿਉਂਕਿ ਅਲਟੀਮੇਟਲੀ ਉਹਨੇ ਆਪਣੀ ਇਕਨੋਮੀ ਨੂੰ ਅੱਗੇ ਵਧਾਉਣਾ ਹੈ। ਪਰ ਜਿਹੜੇ ਗਲਤ ਕਰ ਰਹੇ ਹੈਗੇ ਕਈ ਵਾਰ ਆਪਸ 'ਚ ਜਿਹੜੇ ਹੈਗੇ ਇਹਨਾਂ ਦੀ ਸ਼ਿਕਾਇਤਾਂ ਵੀ ਹੁੰਦੀ ਹੈਗੀ, ਕਈ ਵਾਰ ਸਾਡੇ ਬੰਦੇ ਵੀ ਜਿਹੜਾ ਹੈਗੇ ਇਹ ਨਹੀਂ ਕਹਿੰਦੇ ਕਿ ਉਹ ਗਲਤ ਹੈਗੇ, ਪਰ ਜ਼ਿਆਦਾਤਰ ਜਿਹੜਾ ਹੈਗਾ ਕੇਸਿਸ ਵਿੱਚ ਇਹ ਨਜ਼ਰ ਆਉਂਦਾ ਹੈਗਾ ਕਿ ਡੈਲੀਬਰੇਟਲੀ ਜਿਹੜਾ ਹੈਗਾ ਟੈਕਸ ਦੀ ਚੋਰੀ ਕੀਤੀ ਜਾ ਰਹੀ ਹੈਗੀ। ਉਹਨਾਂ ਦੇ ਵਿੱਚ ਸਾਨੂੰ ਜਿਹੜਾ ਹੈਗਾ ਕਾਰਵਾਈ ਕਰਨੀ ਜ਼ਰੂਰੀ ਬਣਦੀ ਹੈ। ਚੀਮਾ ਸਾਹਿਬ, ਕਈ ਵਪਾਰੀ ਅਜਿਹੇ ਵੀ ਹੁੰਦੇ ਆ ਜਿਹੜੇ ਅਗਰ 10 ਲੱਖ ਦਾ ਸਮਾਨ ਲੈ ਕੇ ਜਾ ਰਹੇ ਆ 5 ਲੱਖ ਦੇ 3 ਲੱਖ ਦੇ ਬਿੱਲ ਬਣਾ ਲੈਂਦੇ ਆ, ਤਾਂ ਉਹਨਾਂ ਨੂੰ ਵੀ ਜੁਰਮਾਨਾ ਦੇਣਾ ਪਏਗਾ ਜਾਂ ਉਹਨਾਂ ਦਾ ਕੀ ਹੈ? ਦੇਖੋ, ਜੇ 10 ਲੱਖ ਦਾ ਸਮਾਨ ਲੈ ਕੇ ਜਾ ਰਹੇ ਨੇਗੇ, 5 ਲੱਖ ਦੇ ਬਿੱਲ ਨੇਗੇ, ਤਾਂ ਜਿਹੜਾ ਉਹ ਜਿਨ੍ਹਾਂ ਤੇ ਉਹਨੇ ਟੈਕਸ ਪੇ ਨਹੀਂ ਕੀਤਾ ਉਹ ਤੇ ਜੁਰਮਾਨਾ ਲੱਗੂਗਾ। ਬਿਲਕੁਲ ਜਿੱਥੇ ਜੁਰਮਾਨਾ ਬਣਦਾਗਾ, ਪੈਨਲਟੀ ਬਣਦੀ ਆ, ਫਾਈਨ ਬਣਦਾਗਾ, ਉਹ 100% ਇੰਪੋਜ਼ ਕਰਾਂਗੇ, ਬਿਲਕੁਲ ਨਹੀਂ ਬਖਸ਼ਾਂਗੇ ਨਹੀਂ। ਟੈਕਸ ਮੈਂ ਬਾਰ-ਬਾਰ ਕਹਿ ਰਿਹਾ ਕਿ ਟੈਕਸ ਚੋਰੀ ਜਿਹੜੀ ਆ ਉਹਨੂੰ ਖਤਮ ਕਰਾਂਗੇ ਪੰਜਾਬ ਵਿੱਚੋਂ। ਅਧਿਕਾਰੀ ਅੱਜ ਇਹ ਕਹਿ ਰਹੇ, ਕਹਿੰਦੇ ਕਿ ਮੰਤਰੀ ਸਾਹਿਬ ਆਏ 2 ਘੰਟਿਆਂ 'ਚ 60 ਲੱਖ ਰੁਪਇਆ ਸਰਕਾਰ ਦੇ ਖਜ਼ਾਨੇ 'ਚ ਆ ਗਿਆ। ਅਗਰ ਲਾਈਟਰ ਮੋਡ ਤੇ ਗੱਲ ਕੀਤੀ ਜਾਵੇ 2 ਘੰਟੇ ਸਵੇਰੇ 2 ਘੰਟੇ ਸ਼ਾਮੀ ਤੁਸੀਂ ਨਾਕਾ ਲਾਣਾ ਸ਼ੁਰੂ ਕਰ ਦਿਓ ਤਾਂ ਮੈਨੂੰ ਲੱਗਦਾ ਰੋਜ਼ ਦਾ ਤੇ 1.5 ਕਰੋੜ ਰੁਪਏ ਤੁਸੀਂ ਬਚਾ ਲਓਗੇ। ਦੇਖੋ, ਮੈਂ ਸਮਝਦਾ ਅੱਜ ਦੇ ਇਸ ਐਕਸ਼ਨ ਦੇ ਨਾਲ ਜਾਂ ਹੋਰ ਜਿਹੜੇ ਸਾਡੇ ਅਧਿਕਾਰੀ ਐਕਸ਼ਨ ਕਰ ਰਹੇ ਨੇਗੇ, ਪਹਿਲਾਂ ਹੀ ਜਿਹੜੀ ਖਜ਼ਾਨੇ 'ਚ GST ਆ, GST ਦੇ ਚੋਂ ਟੈਕਸ ਜਿੰਨਾ ਆ ਰਿਹਾ ਉਹ ਪਹਿਲਾਂ ਹੀ ਬਹੁਤ ਜ਼ਿਆਦਾ ਵੱਧ ਰਿਹਾ ਹੈਗਾ। 24% ਪਹਿਲਾਂ ਵਧਿਆਗਾ, ਸਾਡਾ ਟਾਰਗੇਟ 27% ਦਾ ਸੀ, 24% ਵੱਧ ਗਿਆਗਾ। ਸੋ ਆਉਣ ਵਾਲੇ ਸਮੇਂ 'ਚ ਸਾਡੇ ਜਿਹੜੇ ਐਕਸ਼ਨ ਇਸੇ ਤਰ੍ਹਾਂ ਹੋਣਗੇ। ਪੰਜਾਬ ਦੇ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ ਵੀ ਟੈਕਸ ਦੇ ਇਲਾਕੇ ਨੇ ਸਾਨੂੰ ਪਤਾਗਾ, ਜਿੱਥੋਂ ਵੀ ਸਾਨੂੰ ਇਨਪੁਟ ਮਿਲਦੀ ਹੈ ਉਹ ਸਾਰੇ ਜਗ੍ਹਾ ਤੇ ਜਾ ਕੇ ਅਸੀਂ ਇਹ ਕਾਰਵਾਈ ਹੁੰਦੀ ਰਹੂਗੀ। ਤੁਹਾਨੂੰ ਅੱਜ ਇੱਥੇ ਸ਼ਿਕਾਇਤ ਮਿਲੀ ਸੀਗੀ ਕਿ ਇਸ ਤਰੀਕੇ ਨਾਲ ਟਰੱਕ ਨਿਕਲਦੇ ਆ, ਕਿਵੇਂ ਤੁਸੀਂ ਇੱਥੇ ਅਚਾਨਕ ਪਹੁੰਚੇ? ਦੇਖੋ, ਸਾਡੇ ਕੋਲ ਸ਼ਿਕਾਇਤਾਂ ਮਿਲੀਆਂ ਸੀਗੀਆਂ, ਮੈਂ ਆਪਣੇ ਇਲਾਕੇ ਜਾ ਰਿਹਾ ਸੀਗਾ, ਰਾਸਤੇ 'ਚ ਮੈਨੂੰ ਜਦੋਂ ਸ਼ਿਕਾਇਤਾਂ ਮਿਲੀਆਂ ਮੈਂ ਸਾਰੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਮਾਰਨਿੰਗ 'ਚ। ਸਾਰੇ ਅਧਿਕਾਰੀ ਸਾਡੇ, ਕਿਉਂਕਿ ਸਾਡੇ ਜਿੰਨੇ ਅਧਿਕਾਰੀ ਨੇਗੇ ਉਹ ਜਿਹੜੇ ਮੋਬਾਈਲ ਬੈਂਕ ਦੇ ਨੇਗੇ ਉਹ ਖਾਸ ਤੌਰ ਤੇ ਸੜਕਾਂ ਤੇ ਹੁੰਦੇ ਨੇਗੇ, ਉਹਨਾਂ ਸਾਰਿਆਂ ਨੂੰ ਇੱਥੇ ਮੈਂ ਜਦੋਂ ਇਕੱਠਾ ਕੀਤਾ ਤਾਂ ਬਿਲਕੁਲ ਇਹ ਸਾਡੀ ਰਿਕਵਰੀ ਹੋਈ ਜਾਏਗੀ ਜੀ। ਦੂਸਰਾ ਵੀ ਹੈ ਕਿ ਇਹ ਅੱਜ ਤਾਂ ਹੋ ਗਿਆ, ਅੱਜ ਛਾਪਾ ਮਾਰ ਲਿਆ,
ਆਉਣ ਵਾਲੇ ਦਿਨਾਂ 'ਚ ਦਿੱਲੀ ਦਾ ਇਹ ਪ੍ਰੋਸੈਸ ਹੋਏਗਾ, ਕਿਤੇ ਤੁਸੀਂ ਜਾਓਗੇ ਜਾਂ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਹੈ? ਨਹੀਂ ਜੀ, ਅਸੀਂ ਇਹ ਸਾਡਾ ਪ੍ਰੋਸੈਸ ਜਿਹੜਾ ਇਸੇ ਤਰ੍ਹਾਂ ਜਾਰੀ ਰਹੂਗਾ। ਅਸੀਂ ਸਮੇਂ-ਸਮੇਂ ਸਿਰ ਕਾਰਵਾਈ ਕਰਦੇ ਰਹਾਂਗੇ। ਬਿਲਕੁਲ ਅੱਜ ਜਿਹੜਾ ਮੇਰਾ ਇੱਕ ਉਹਨਾਂ ਨੂੰ ਸੁਨੇਹਾ ਹੈ ਕਿ ਜਿਹੜੇ ਟੈਕਸ ਚੋਰ ਨੇ ਕਿ ਟੈਕਸ ਚੋਰੀ ਬੰਦ ਕਰ ਦਿਓ, ਨਹੀਂ ਤਾਂ ਤੁਹਾਨੂੰ ਜਿਹੜੀਆਂ ਹੋਰ ਵੀ ਪੈਨਲਟੀਆਂ ਦੇਣੀਆਂ ਪੈਣਗੀਆਂ ਔਰ ਅਸੀਂ ਤੁਹਾਨੂੰ ਜੁਰਮਾਨੇ ਜਿਹੜੇ ਹੈਗੇ ਨੇ ਇਸੇ ਤਰ੍ਹਾਂ ਡਿਪਾਰਟਮੈਂਟ ਬਣਦੇ ਕਾਨੂੰਨ ਦੇ ਮੁਤਾਬਕ ਜੁਰਮਾਨੇ ਕਰੂਗਾ। ਅਸੀਂ ਨਹੀਂ ਛੱਡਾਂਗੇ, ਪਰ ਉਹ ਜੇਕਰ ਆਪਣੇ ਆਪ ਛੱਡ ਦੇਣ, ਜੇਕਰ ਉਹ ਆਪਣੇ ਆਪ ਇਮਾਨਦਾਰੀ ਨਾਲ ਕੰਮ ਕਰ ਲੈਣ ਤੇ ਮੈਂ ਸਮਝਦਾ ਸੋ ਉਹਨਾਂ ਨੂੰ ਰਾਹਤ ਡਰਾਈਵਰ ਕਹਿ ਰਹੇ ਸਾਡਾ ਕੀ ਕਸੂਰ ਆ, ਅਸੀਂ ਤਾਂ ਮਾਲ ਲੱਦ ਕੇ ਲੈ ਆਏ, ਸਾਨੂੰ ਕਿਉਂ ਰੋਕਿਆ ਜਾ ਰਿਹਾ? ਉਹ ਬਹੁਤ ਸਾਰਾ ਡਰ ਦਾ ਮਾਹੌਲ ਡਰਾਈਵਰਾਂ ਦੇ ਵਿੱਚ ਵੀ ਦੇਖੋ, ਡਰ ਦਾ ਮਾਹੌਲ ਬਿਲਕੁਲ ਨਹੀਂ। ਜਿਹੜੇ ਇਮਾਨਦਾਰ ਲੋਕ ਸੀਗੇ ਅਸੀਂ ਉਹਨਾਂ ਨੂੰ ਛੱਡ ਰਹੇ ਹਾਂ ਕਿ ਬਹੁਤ ਸਾਰੇ ਚਲੇ ਗਏ। ਜਿਹੜਿਆਂ ਦੇ ਬਿੱਲ ਸਹੀ ਸੀ, ਈਵੇ ਬਿੱਲ ਸਹੀ ਸੀ ਜਾਂ ਸਾਰੇ ਡਾਕੂਮੈਂਟ ਸਹੀ ਸੀਗੇ, ਮਾਲ ਚੈੱਕ ਕੀਤਾ ਗਿਆ ਸਹੀ ਸੀ, ਉਹ ਸਾਰੇ ਅਸੀਂ ਛੱਡ ਦਿੱਤੇ ਨੇ। ਸਾਰੇ ਜਾ ਰਹੇ ਨੇ ਕਿ ਜਿੱਥੇ ਕੋਈ ਗਲਤ ਕੰਮ ਕਰ ਰਿਹਾ, ਗਲਤ ਕੰਮ ਵਾਲੇ ਜਾਂ ਜਿਹੜੇ ਚੋਰੀ ਕਰਨ ਵਾਲੇ ਉਹ ਨਹੀਂ ਬਖਸ਼ੇ ਜਾਣਗੇ। ਚੋਰੀ ਕਰਨ ਨੂੰ ਕੀ ਬਖਸ਼ਣਾ ਚਾਹੀਦਾ? ਤੁਸੀਂ ਦੱਸੋ। ਉਹਨਾਂ ਦੇ ਖਿਲਾਫ ਐਕਸ਼ਨ ਹੋ ਰਿਹਾ। ਜਿਹੜੇ ਇਮਾਨਦਾਰ ਨੇ, ਜਿਹਦੀਆਂ ਗੱਡੀਆਂ ਸੀ ਅਸੀਂ ਫੜੀਆਂ ਸੀ, ਹੁਣ ਜਿਹੜੇ ਇਮਾਨਦਾਰ ਸੀ ਉਹ ਚਲੇ ਗਏ। ਪਰ ਮੈਂ ਦੇਖਿਆ ਤੁਹਾਨੂੰ ਇਸ ਦੌਰਾਨ ਵਪਾਰੀਆਂ ਦੇ ਫੋਨ ਆਣੇ ਵੀ ਸ਼ੁਰੂ ਹੋ ਗਏ, ਤੁਹਾਡੇ ਕੋਈ ਖਾਸ ਬੰਦਿਆਂ ਦੇ ਫੋਨ ਆਣੇ ਸ਼ੁਰੂ ਵੀ ਹੋ ਜਾਣਗੇ ਕਿ ਛੱਡ ਦੋ, ਕਿਉਂ ਇਸ ਤਰੀਕੇ ਦੇ ਨਾਲ ਆਪਸੀ ਕੁਝ ਕਰ ਲਓ। ਮੈਨੂੰ ਕਿਸੇ ਦਾ ਕੋਈ ਫੋਨ ਨਹੀਂ ਆਇਆ। ਮੈਨੂੰ ਇਹ ਫੋਨ ਜ਼ਰੂਰ ਆਏ ਨੇਗੇ, ਕੁਝ ਇੰਡਸਟਰੀਅਲਿਸਟ ਲੁਧਿਆਣੇ ਤੋਂ ਸੀ, ਕੁਝ ਜਲੰਧਰ ਤੋਂ ਸੀਗੇ, ਮੈਨੂੰ ਜਿਹੜੇ ਜਾਣਦੇ ਨੇਗੇ। ਇਹ ਬੀਅਰ ਦੇ ਕਹਿਣ ਹੈ, ਇਹ ਕੀ ਹੈ? ਇਹ ਬੀਅਰ ਦੇ ਕਹਿਣ ਹੈ, ਇਹ ਕੀ ਹੈ? એનર્ਜੀ ਡਰਿੰਕ ਹੈ। ਤੇ ਇਹਨਾਂ ਦੇ ਬਿੱਲ ਮਿਲ ਗਏ ਜਾਂ ਕੀ ਹੈ? ਉਹ ਲੈ ਆਓ। ਮੈਨੂੰ ਫੋਨ ਆ ਰਹੇ ਨੇਗੇ ਕਿ ਬਹੁਤ ਅੱਛੀ ਕਾਰਵਾਈ ਹੋਈ ਆ। ਜਿਹੜੇ ਇਮਾਨਦਾਰ ਲੋਕ ਨੇ ਉਹਦੇ ਫੋਨ ਆਉਣੇ ਸ਼ੁਰੂ ਹੋ ਕੇ ਬਹੁਤ ਅੱਛੀ ਕਾਰਵਾਈ ਹੋਈ ਆ। ਪੰਜਾਬ ਜਿਹੜਾ ਹੈਗਾ ਇਸ ਸਮੇਂ ਉਹ ਅੱਛੇ ਲੀਹਾਂ ਤੇ ਕੰਮ ਕਰ ਰਿਹਾ। ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਅਧੀਨ ਪੰਜਾਬ ਤਰੱਕੀ ਕਰ ਰਿਹਾ। ਔਰ ਜਦੋਂ ਪੈਸਾ ਆਊਗਾ ਪੰਕਜ ਜੀ, ਜਦੋਂ ਪੈਸਾ ਆਊਗਾ, ਇਹ ਟੈਕਸ ਦਾ ਪੈਸਾ ਜਿਹੜਾ ਆਊਗਾ ਅਸੀਂ ਲੋਕਾਂ ਦੇ ਖਰਚ ਕਰਨਾਗਾ, ਲੋਕਾਂ ਦੀ ਲੋਕ ਭਲਾਈ ਤੇ ਕੰਮ ਕਰਨਾ। ਇਸੇ ਟੈਕਸ ਪੈਸੇ ਦੇ ਨਾਲ ਜਿਹੜਾ ਟੈਕਸ ਦਾ ਪੈਸਾ ਆਊਗਾ ਉਸੇ ਦੇ ਨਾਲ ਮੁਹੱਲਾ ਕਲੀਨਿਕ ਬਣਨਗੇ, ਉਸੇ ਦੇ ਨਾਲ ਸਾਡੇ ਬੱਚਿਆਂ ਦੇ ਸਕੂਲ ਬਣਨਗੇ, ਉਸੇ ਦੇ ਨਾਲ ਜਿਹੜੀ ਸਾਡੀ ਇੰਡਸਟਰੀ ਆ ਪ੍ਰਫੁੱਲਤ ਹੋਊਗੀ, ਉਹਨੂੰ ਰਾਹਤ ਦੇਵਾਂਗੇ। ਇਸ ਬੰਦੇ ਨੂੰ ਸ਼ਾਬਾਸ਼ੀ ਵੀ ਦੇਣੀ ਚਾਹੀਦੀ ਹੈ, ਕਾਫੀ ਬਿੱਲ ਲਈ ਫਿਰਦਾ। ਇਹ ਇਮਾਨਦਾਰ ਟਰੱਕ ਹੈ। ਬਿਲਕੁਲ ਜੀ, ਇਹ ਜੀਰਕਪੁਰ ਤੋਂ ਆਈ ਹੈਗੀ ਗੱਡੀ ਔਰ ਅੱਗੇ ਮਲੇਰਕੋਟਲਾ ਔਰ ਬਾਕੀ ਜਗ੍ਹਾ ਤੇ ਇਹਨਾਂ ਨੇ ਜਿਹੜਾ ਹੈਗਾ ਅਲੱਗ-ਅਲੱਗ ਜਿਹੜੇ ਸਾਮਾਨ ਹੈਗੇ ਉਹ ਜਿਹੜਾ ਹੈਗਾ ਉਹ ਦੇਣਾ ਹੈਗਾ। ਦੇਖੋ ਕਿ ਇਹ ਬਿੱਲਾਂ ਦੀ ਪੂਰੀ ਕਾਪੀ ਹੈ, ਮਤਲਬ ਕੁਝ ਬੰਦੇ ਹੈ ਜਿਹੜੇ ਪੂਰਾ ਬਿੱਲ ਲੈ ਕੇ ਵੀ ਆ ਰਹੇ ਹੈ। ਬਹੁਤ ਸਾਰੇ ਜਿਹੜੀ ਮੈਂ ਬਾਰ-ਬਾਰ ਕਹਿ ਰਿਹਾ ਕਿ ਇਮਾਨਦਾਰ ਲੋਕ ਨੇਗੇ, ਇਮਾਨਦਾਰੀ ਦਾ ਇਹ ਬੰਦਾ ਬੈਠਾ, ਇਹਨੇ ਇਮਾਨਦਾਰੀ ਦੇ ਸਾਰੇ ਬਿੱਲ ਨੇਗੇ। ਤੋ ਇਹਨੇ ਸਾਰੇ ਬਿੱਲ ਦਿਖਾਏ ਨੇਗੇ, ਬਿਲਕੁਲ ਜੈਨੂਅਨਾਂ ਦੇ ਬਿੱਲ ਅਸੀਂ ਆਨਲਾਈਨ ਚੈੱਕ ਕੀਤੇ ਨੇਗੇ। ਆਨਲਾਈਨ ਚੈੱਕ ਕੀਤੇ ਨੇਗੇ। ਚੈੱਕ ਕਰਨ ਤੋਂ ਬਾਅਦ ਪਤਾ ਲੱਗਾ ਕਿ ਸਾਰੇ ਸਹੀ ਨੇਗੇ। ਸੋ ਬਿਲਕੁਲ ਜਾ ਰਿਹਾ। ਮੈਂ ਇਹਦੀ ਦਾਈ ਦਿੰਦਾ, ਅੱਛਾ ਬੰਦਾ ਗਾ। ਇਸ ਤਰ੍ਹਾਂ ਦੇ ਬੰਦੇ ਜਿਹੜੇ ਹੈਗੇ ਨੇਗੇ ਉਹ ਸਮਾਜ ਦੇ ਲਈ, ਲੋਕਾਂ ਦੇ ਲਈ ਬੜਾ ਇੱਕ ਮੈਂ ਸਮਝਦਾ ਚਾਨਣ ਬਣਾ ਰਹੇ ਨੇ। ਸਾਰੇ ਬਿੱਲ ਲੈ ਕੇ ਗਏ ਹੋ? ਇਹ ਤੁਹਾਨੂੰ ਕੰਪਨੀ ਵੱਲੋਂ ਦਿੱਤੇ ਜਾਂਦੇ ਜਾਂ ਕਿਵੇਂ? ਕੰਪਨੀ ਵੱਲੋਂ ਦਿੰਦੇ ਆ ਜੀ। ਹਾਂਜੀ, ਕੰਪਨੀ ਵੱਲੋਂ ਦੇ ਕੇ ਦਿੰਦੇ ਆ ਸਾਰਾ ਕੁਝ, ਇਹ ਵੀ ਬਿੱਲ ਸਭ ਕੁਝ ਭਰ ਕੇ ਦਿੰਦੇ। ਇੱਕ ਚੀਜ਼ ਹੋਰ ਹੈ ਚੀਮਾ ਸਾਹਿਬ, ਟਰੱਕ ਹੀ ਅੱਜ ਕਿਉਂ ਰੋਕੇ ਜਾ ਰਹੇ? ਕਈ ਗੱਡੀਆਂ 'ਚ ਵੀ ਸਮਾਨ ਲੈ ਕੇ ਜਾਂਦੇ, ਗੱਡੀਆਂ ਦੀ ਵੀ ਚੈਕਿੰਗ ਹੋਏਗੀ ਜਾਂ? ਗੱਡੀਆਂ ਦੀ ਵੀ ਹੋ ਰਹੀ ਹੈ ਜੀ। ਇਹ ਗੱਡੀਆਂ ਜਿਹੜੀਆਂ ਜੈਨੂਅਨ ਨੇ, ਜਿੱਥੇ ਕੋਈ ਗੱਡੀ ਆ ਰਹੀ ਗੱਡੀ ਦੀ ਵੀ ਚੈਕਿੰਗ ਕਰ ਰਹੇ ਹੈਗੇ। ਇਹ ਤੁਹਾਡੇ ਅਧਿਕਾਰੀ ਵਾਹਵਾ ਬਿੱਲ ਲਈ ਫਿਰਦੇ ਆ। ਇਹ ਕਿਹੜੇ ਬਿੱਲ ਤੁਸੀਂ ਲਈ ਫਿਰਦੇ ਹੋ? ਅਸੀਂ ਉਹ ਗੱਡੀ ਰੋਕੀ ਸੀ, ਉਹਦੇ ਬਿੱਲ ਆਏ, ਮੈਂ ਚੈੱਕ ਕਰ ਰਹੇ ਹਾਂ। ਤਾਂ ਇਸ ਵੇਲੇ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਹੈ। ਚੀਮਾ ਸਾਹਿਬ, ਇੱਕ ਚੀਜ਼ ਹੋਰ ਹੈ, ਇਹ ਤਾਂ ਤੁਸੀਂ ਹਾਈਵੇ ਤੇ ਅੱਜ ਨਾਕਾ ਲਾਤਾ, ਬਹੁਤ ਸਾਰੇ ਵੱਡੇ ਵਪਾਰੀ ਨੇ ਜਿਹੜੇ ਕਹਿੰਦੇ ਆ ਕਿ 60,000 ਦਾ ਸਮਾਨ ਹੈ, ਬਿਨਾਂ ਬਿੱਲ ਤੋਂ ਲਓਗੇ ਤਾਂ ਤੁਹਾਨੂੰ 55 ਦਾ ਪੈ ਜਾਏਗਾ, 50 ਦਾ ਪੈ ਜਾਏਗਾ, ਅਗਰ ਬਿੱਲ ਦੇ ਨਾਲ ਲੈਣਾ ਤਾਂ ਤੁਹਾਨੂੰ 65 ਦਾ ਪਏਗਾ। ਉਹਨਾਂ ਦੇ ਉੱਤੇ ਵੀ ਨਜ਼ਰ ਹੈ ਜਾਂ ਉਹਨਾਂ ਦੇ ਉੱਤੇ ਵੀ ਕੋਈ ਹੈ? ਮੇਰੀ ਤਾਂ ਸਾਰਿਆਂ ਨੂੰ ਇਹ ਅਪੀਲ ਆ, ਜਦੋਂ ਵੀ ਕੋਈ ਚੀਜ਼ ਖਰੀਦਣ ਜਾਂਦਾ, ਮੈਂ ਬਜ਼ੁਰਗਾਂ ਨੂੰ ਕਹਿ ਰਿਹਾ ਸੀਗਾ ਕਿ ਤੁਸੀਂ ਕੋਈ ਵੀ ਸਮਾਨ ਖਰੀਦੋ ਤਾਂ ਬਿੱਲ ਲਓ। ਜੇ ਬਿੱਲ ਲੈਣਗੇ ਤਾਂ ਉਹ ਸਾਰਾ ਪੈਸਾ ਸਰਕਾਰ ਦੇ ਖਜ਼ਾਨੇ 'ਚ ਜਾਊਗਾ, ਉਹੀ ਲੋਕਾਂ ਦੀ ਭਲਾਈ ਲਈ ਖਰਚ ਹੋਊਗਾ ਨਾ। ਸੋ ਇਮਾਨਦਾਰ ਦੇਖੋ, ਸਾਰੇ ਤੁਹਾਡੇ ਟਰੱਕ ਸੀਗੇ ਜਾਂ ਤੁਹਾਡੇ ਕੀ ਹੈ? ਜਿਹੜੇ ਬੰਦੇ ਇਮਾਨਦਾਰ ਨੇਗੇ, ਇਮਾਨਦਾਰੀ ਦਾ ਕੰਮ ਕਰਦੇ ਨੇ, ਉਹਨਾਂ ਲਈ ਕੋਈ ਵੀ ਕਿਸੇ ਕਿਸਮ ਦਾ ਕੋਈ ਡਰ ਨਹੀਂ। ਉਹ ਇਮਾਨਦਾਰੀ ਦਾ ਕੰਮ ਕਰਨ, ਆਪਣੀ ਜ਼ਿੰਦਗੀ ਜਿਹੜੀ ਅੱਛੇ ਤਰੀਕੇ ਨਾਲ ਬਤੀਤ ਕਰਨ। ਜਿਹੜੇ ਕੋਈ ਬੇਈਮਾਨ ਨੇ, ਟੈਕਸ ਚੋਰ ਨੇ, ਉਹਨਾਂ ਦੇ ਖਿਲਾਫ ਕਾਰਵਾਈ। ਇੱਕ ਟਰੱਕ ਉਹ ਦਿਖਾਈਓ ਜਿਹੜਾ ਤੁਸੀਂ ਦਿਖਾ ਰਹੇ ਸੀਗੇ, ਜਿਸ ਦੇ ਵਿੱਚ ਬੂਟ ਸੀਗੇ, ਉਸ ਤੋਂ ਇਲਾਵਾ ਗੱਡੀਆਂ ਦਾ ਸਮਾਨ ਸੀ, ਮੋਬਾਈਲ ਦਾ ਸਮਾਨ ਸੀ, ਬਿੱਲ ਕਿਸੇ ਹੋਰ ਚੀਜ਼ ਦੇ ਸੀਗੇ। ਬਿਲਕੁਲ, ਉਹ ਗੱਡੀ ਜਿਹੜੀ ਆ ਇੰਪਾਊਂਡ ਕਰ ਦਿੱਤੀ ਆ, ਖੜਾ ਦਿੱਤੀ, ਸੀਲ ਕਰ ਦਿੱਤੀ ਗਈ ਆ। ਉਹਦੇ ਵਿੱਚ ਬਿੱਲ ਕਿਸੇ ਹੋਰ ਚੀਜ਼ ਦਾ, ਸਮਾਨ ਅੰਦਰ ਕਿਸੇ ਹੋਰ ਚੀਜ਼ ਦਾ, ਉਹ ਵੀ ਮਿਸ ਬ੍ਰਾਂਡਡ, ਘੱਟ ਮਤਲਬ ਕਿ ਨਾ ਕੁਆਲਿਟੀ ਦਾ। ਉਹਦੇ ਨਾਲ ਕੀ ਹੋਣਾਗਾ? ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣਾ? ਜਿਹੜਾ ਬੰਦਾ ਮੰਨ ਲਓ ਬੂਟ ਖਰੀਦ ਰਿਹਾ, ਉਹ ਐਡੀਡਾਸ ਦੇ ਬੂਟ ਕਹਿ ਕੇ ਬੂਟ ਤਾਂ ਐਡੀਡਾਸ ਦੇ ਲੈ ਲੂਗਾ, ਪਰ ਹੋਣਗੇ ਉਹ ਜਾਲੀ ਫਰਜੀ। ਸੋ ਦੋਨਾਂ ਬੰਦਿਆਂ ਨਾਲ ਠੱਗੀ ਵੱਜ ਗਈ ਨਾ। ਜਿਹੜਾ ਬੰਦਾ ਉਹ ਚੀਜ਼ ਖਰੀਦ ਰਿਹਾ ਉਹਦੇ ਨਾਲ ਵੀ ਠੱਗੀ ਵੱਜ ਗਈ, ਸਰਕਾਰ ਨਾਲ ਵੀ ਠੱਗੀ ਵੱਜ ਗਈ। ਇਹਦਾ ਤੇ ਲੋਕਾਂ ਦਾ ਸ਼ੋਸ਼ਣ ਵੀ ਹੋ ਰਿਹਾ, ਉਹ ਸਾਰਾ ਅਸੀਂ ਬੰਦ ਕਰਾਂਗੇ। ਐਕਸ਼ਨ ਦੇ ਵਿੱਚ ਮੰਤਰੀ ਸਾਹਿਬ ਨਜ਼ਰ ਆ ਰਹੇ ਨੇ ਅਰਸ਼, ਔਰ
ਕਹਿ ਰਹੇ ਨੇ ਕਿ ਇਸੇ ਤਰੀਕੇ ਦੇ ਨਾਲ ਚੈਕਿੰਗ ਜਾਰੀ ਰਹੇਗੀ। ਕੁਝ ਇਮਾਨਦਾਰ ਬੰਦੇ ਵੀ ਮਿਲੇ ਜਿਹੜੇ ਪੂਰੇ ਬਿੱਲ ਲੈ ਕੇ ਗਏ ਤਾਂ ਉਹਨਾਂ ਨੂੰ ਜਾਣ ਦਿੱਤਾ ਗਿਆ, ਔਰ ਬਹੁਤ ਸਾਰੇ ਟਰੱਕ ਜਿਹੜੇ ਨੇ ਉਹਨਾਂ ਨੂੰ ਬੌਂਡ ਕਰ ਦਿੱਤਾ ਗਿਆ, ਕਿਉਂਕਿ ਉਹਨਾਂ ਦੇ ਵਿੱਚ ਮੋਬਾਈਲ ਕਿਸੇ ਹੋਰ ਚੀਜ਼ ਦਾ ਸੀ, ਸਮਾਨ ਕਿਸੇ ਬਿੱਲ ਕਿਸੇ ਹੋਰ ਚੀਜ਼ ਦਾ। ਕਈ ਥਾਵਾਂ ਤੇ ਕਈ ਟਰੱਕ ਅਜਿਹੇ ਸੀਗੇ ਜਿਨ੍ਹਾਂ ਦੇ ਕੋਲ ਬਿੱਲ ਹੀ ਨਹੀਂ ਸੀਗੇ। ਤਾਂ ਇੱਕ ਐਕਸ਼ਨ ਦੇ ਵਿੱਚ ਗਰਾਊਂਡ ਜ਼ੀਰੋ ਤੇ ਇਸ ਵੇਲੇ ਮੰਤਰੀ ਖੁਦ ਉਤਰੇ ਨੇ, ਔਰ ਪਿਛਲੇ 2 ਘੰਟਿਆਂ ਦੇ ਵਿੱਚ 60 ਲੱਖ ਰੁਪਇਆ ਸਰਕਾਰ ਦੇ ਖਜ਼ਾਨੇ 'ਚ ਅਧਿਕਾਰੀ ਦੱਸ ਰਹੇ ਨੇ ਕਿ ਫਾਇਦਾ ਹੋ ਗਿਆ। ਜਿਹੜਾ ਟੈਕਸ ਜਿਹੜਾ ਚੋਰੀ ਕਰਕੇ ਜਾਣਾ ਸੀਗਾ, 60 ਲੱਖ ਰੁਪਇਆ ਉਹਨਾਂ ਨੂੰ ਪੈਨਲਟੀ ਜਿਹੜੀ ਹੈ ਉਹ ਪਾ ਦਿੱਤੀ ਗਈ ਹੈ। ਬਿਲਕੁਲ, ਤਾਂ ਅਜੇ ਵੀ ਕੈਬਨਿਟ ਮੰਤਰੀ ਹਰਪਾਲ ਚੀਮਾ ਗਰਾਊਂਡ ਜ਼ੀਰੋ ਤੇ ਚੈਕਿੰਗ ਕਰ ਰਹੇ ਨੇ। ਤਸਵੀਰਾਂ ਅਸੀਂ ਲਾਈਵ ਇਸ ਵੇਲੇ ਦਿਖਾ ਰਹੇ ਹਾਂ ਜਿੱਥੇ ਹਰਪਾਲ ਚੀਮਾ ਨੇ ਛਾਪੇਮਾਰੀ ਕੀਤੀ ਹੈ। ਹਰ ਇੱਕ ਟਰੱਕ, ਹਰ ਇੱਕ ਗੱਡੀ ਜਿਹੜੀ ਉਹ ਚੈੱਕ ਕੀਤੀ ਜਾ ਰਹੀ ਹੈ ਤੇ ਜਿਨ੍ਹਾਂ ਦੇ ਕੋਲ ਬਿੱਲ ਨਹੀਂ ਜਾਂ ਫਰਜ਼ੀ ਬਿੱਲ ਨੇ ਜਾਂ ਸਮਾਨ ਕੋਈ ਹੋਰ ਹੈ, ਬਿੱਲ ਕੋਈ ਹੋਰ ਹੈ, ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਇੰਪਾਊਂਡ ਕੀਤਾ ਜਾ ਰਿਹਾ, ਕੇਸ ਦਰਜ ਕੀਤੇ ਜਾ ਰਹੇ ਨੇ, ਫਾਈਨ ਲਗਾਇਆ ਜਾ ਰਿਹਾ, ਜੁਰਮਾਨਾ ਲਗਾਇਆ ਜਾ ਰਿਹਾ। ਪਿਛਲੇ 2 ਘੰਟਿਆਂ ਦੇ ਵਿੱਚ ਇਸ ਚੈਕਿੰਗ ਦੇ ਦੌਰਾਨ 60 ਲੱਖ ਰੁਪਏ ਦਾ ਜੁਰਮਾਨਾ ਹੁਣ ਤੱਕ ਲਗਾ ਦਿੱਤਾ ਗਿਆ ਹੈ। ਹਾਲਾਂਕਿ ਬਹੁਤ ਸਾਰੇ ਅਜਿਹੇ ਟਰੱਕ ਵੀ ਸੀ ਜਿਨ੍ਹਾਂ ਦੇ ਕੋਲ ਪੂਰੇ ਬਿੱਲ ਸੀ। ਟਰੱਕ ਚਾਲਕਾਂ ਦੇ ਕੋਲ ਪੰਕਜ ਕਪਾਹੀ ਲਗਾਤਾਰ ਜੁੜੇ ਹੋਏ ਨੇ। ਪੰਕਜ, ਇਹ ਵੀ ਸਮਝਣਾ ਚਾਹਾਂਗੇ ਕਿ ਜਿਸ ਤਰੀਕੇ ਦੇ ਨਾਲ ਕੁਝ ਜਿਹੜੇ ਟਰੱਕ ਚਾਲਕ ਨੇ ਉਹ ਇਹ ਕਹਿੰਦੇ ਵੀ ਨਜ਼ਰ ਆਏ ਸੀ ਕਿ ਕੰਪਨੀ ਵਾਲਿਆਂ ਨੇ ਬਿੱਲ ਨਹੀਂ ਦਿੱਤੇ, ਉਹਨਾਂ ਨੇ ਕਿਹਾ ਕਿ ਬਿੱਲ ਆਨਲਾਈਨ ਹੁੰਦੇ ਨੇ, ਤਾਂ ਕੀ ਜਿਹੜਾ ਹੈ ਆਨਲਾਈਨ ਬਿੱਲ ਇਸ ਤਰੀਕੇ ਦੇ ਨਾਲ ਲੈ ਕੇ ਚੱਲ ਸਕਦੇ ਨੇ? ਪੰਕਜ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ, ਲੇਕਿਨ ਤਸਵੀਰਾਂ ਅਸੀਂ ਪਹਿਲਾਂ ਦਿਖਾ ਰਹੇ ਹਾਂ। ਕੈਬਨਿਟ ਮੰਤਰੀ ਹਰਪਾਲ ਚੀਮਾ ਇਸ ਵੇਲੇ ਛਾਪੇਮਾਰੀ ਕਰ ਰਹੇ ਨੇ ਰਾਜਪੁਰਾ ਦੇ ਵਿੱਚ ਨੈਸ਼ਨਲ ਹਾਈਵੇ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਟਰੱਕ ਚੈੱਕ ਕੀਤੇ ਜਾ ਰਹੇ ਨੇ, ਹਰ ਇੱਕ ਟਰੱਕ ਦੀ ਤਲਾਸ਼ੀ ਲਈ ਜਾ ਰਹੀ ਹੈ। ਜਿਨ੍ਹਾਂ ਦੇ ਕੋਲ ਪੂਰੇ ਬਿੱਲ ਨੇ, ਜਿਨ੍ਹਾਂ ਦੇ ਕੋਲ ਸਹੀ ਬਿੱਲ ਨੇ, ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ। ਜਿਨ੍ਹਾਂ ਦੇ ਕੋਲ ਫਰਜ਼ੀ ਬਿੱਲ ਨੇ, ਟੈਕਸ ਚੋਰੀ ਕੀਤੀ ਜਾ ਰਹੀ ਹੈ, ਉਹਨਾਂ ਦੇ ਟਰੱਕ ਇੰਪਾਊਂਡ ਕੀਤੇ ਜਾ ਰਹੇ ਨੇ, ਮਾਮਲੇ ਦਰਜ ਕੀਤੇ ਜਾ ਰਹੇ ਨੇ ਤੇ ਨਾਲ ਹੀ ਉਹਨਾਂ ਨੂੰ ਵੱਡਾ ਜੁਰਮਾਨਾ ਲਗਾਇਆ ਜਾ ਰਿਹਾ ਹੈ।